ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗੁਰ ਦਾਤਾ ਗੁਰ ਹਿਵੇ ਘਰ ਗੁਰ ਦੀਪਕ ਤੇ ਲੋਏ। ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ। ਗੁਰ ਦਾਤਾ ਗੁਰ ਸੂਰਮਾ ਗੁਰ ਸੀਤਲ ਨਿਰਦੋਖ। ਨਾਨਕ ਗੁਰ ਤੇ ਪਾਈਐ ਸੀਲ ਧਰਮ ਸੰਤੋਖ। ਧੰਨ ਧੰਨ ਮਹਾਂਪੁਰਖ ਬਾਬਾ ਸਿਲੋਰਾ ਸਾਹਿਬ ਜੀ, ਧੰਨ ਧੰਨ ਬਾਬਾ ਡੋਗਰ ਮਹਾਬਲੀ ਜੀ, ਤਿੰਨਾਂ ਦੇ ਦਰ ਸਥਾਨਾਂ 'ਤੇ ਗੁਰੂ ਪਿਆਰੀ ਸਾਧ ਸੰਗਤ ਜੋ ਸਤਿਗੁਰਾਂ ਦੀ ਮਹਾਨ ਰਹਿਮਤ ਦਾ ਸਦਕਾ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਨੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਆਰੰਭ ਹੋਏ। ਹਾਜ਼ਰੀਆਂ ਭਰੀਆਂ, ਸੇਵਾ ਕੀਤੀ। ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਗੁਰੂ ਪਿਆਰੀ ਸਾਧ ਸੰਗਤ, ਅੱਜ ਦਾ ਜੋ ਦਿਹਾੜਾ ਸੰਗਤਾਂ ਭਲੀ ਪ੍ਰਕਾਰ ਜਾਣਦੀਆਂ ਹੋ, ਸੋ ਇਸ ਪ੍ਰਥਾਏ ਜੋ ਹੁਕਮ ਹੋਇਆ ਹੈ, ਜਿੰਨੀ ਕੁ ਮਹਾਰਾਜ ਮਹਾਂਪੁਰਖ ਗੁਰੂ ਕੀ ਸੰਗਤ ਕਿਰਪਾਲਤਾ ਬਖਸ਼ਿਸ਼ ਕਰਦੇ ਹੋ, ਉਹਦੇ ਅਨੁਸਾਰ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਨਿਮਾਣੇ ਨਿਤਾਣੇ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਜੋ ਮਹਾਰਾਜ ਦਾ ਫਰਮਾਨ ਹੈ ਕਿ ਸੰਸਾਰ ਦੀ ਜਿਹੜੀ ਉਤਪਤੀ ਪਰਮੇਸ਼ਰ ਨੇ ਜਦੋਂ ਕੀਤੀ ਹੈ, ਤੇ ਨਾਲ ਉਹਨੇ ਆਪਣੇ ਦੋ ਪੱਖ ਰੱਖੇ ਹਨ, ਇੱਕ ਚੰਗਾ ਅਤੇ ਇੱਕ ਮਾੜਾ। ਜਿਵੇਂ ਕਹਿ ਲਈਏ ਦੈਂਤ ਅਤੇ ਦੇਵਤੇ, ਇਸੇ ਪ੍ਰਕਾਰ ਧਰਮ ਅਤੇ ਪਾਪ ਦੋ ਤਰ੍ਹਾਂ ਦੀ ਖੇਡ ਰਚਾ ਕੇ ਉਹਨੇ ਇਹ ਸ੍ਰਿਸ਼ਟੀ ਨੂੰ ਬਣਾਇਆ ਹੈ। ਇਸ ਪ੍ਰਕਾਰ ਜਦੋਂ ਪਾਪ ਦਾ ਵਾਧਾ ਹੁੰਦਾ ਹੈ, ਜ਼ੁਲਮ ਦਾ ਵਾਧਾ ਹੁੰਦਾ ਹੈ, ਅਤੇ ਪਰਮੇਸ਼ਰ ਫਿਰ ਆਪ ਕੋਈ ਐਸਾ ਕੌਤਕ ਕਰਕੇ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸੰਸਾਰ ਅਤੇ ਧਰਮ ਨੂੰ ਫਿਰ ਕਾਇਮ ਰੱਖਦਾ ਹੈ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ, ਕਈ ਵਾਰ ਸੰਸਾਰ ਦੀ ਪਰਮੇਸ਼ਰ ਨੇ ਰਚਨਾ ਕੀਤੀ ਹੈ ਅਤੇ ਕਈ ਵਾਰ ਇਹਦੀ ਸਮਾਪਤੀ ਕੀਤੀ ਹੈ, ਅਤੇ ਜਿੰਨੀ ਵੀ ਉਹਨੂੰ ਸ਼ਕਤੀ ਦੀ ਲੋੜ ਸੀ, ਓਨੀ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਉਹਨੇ ਸ਼ਕਤੀ ਵਰਤਣਾ ਕੀਤੀ ਹੈ। ਜਦੋਂ ਜ਼ੁਲਮ ਦਾ ਜ਼ਿਆਦਾ ਵਾਧਾ ਹੋ ਗਿਆ, ਅਤੇ ਉਸ ਵੇਲੇ ਨਾਲ ਫਿਰ ਧਰਮ ਨੂੰ ਕਾਇਮ ਰੱਖਣ ਵਾਸਤੇ ਕੋਈ ਵੱਡੀ ਸ਼ਕਤੀ ਦੀ ਲੋੜ ਹੈ, ਅਤੇ ਪਰਮੇਸ਼ਰ ਨੇ ਪਹਿਲੇ ਰੂਪ ਦੇ ਵਿੱਚ ਆਪ ਹੀ ਇਹ ਉਦਮ ਕੀਤਾ ਹੈ। ਧਰਤੀ ਦੀ ਪੁਕਾਰ ਸੁਣ ਕੇ ਜੋ ਮਹਾਰਾਜ ਨੇ ਕਥਨ ਕੀਤਾ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ। ਧਰਤੀ ਦੀ ਪੁਕਾਰ ਸੁਣ ਕੇ ਪਰਮੇਸ਼ਰ ਨੇ ਬੇਨਤੀ ਜਦੋਂ ਪ੍ਰਵਾਨ ਕੀਤੀ, ਅਤੇ ਜਿੰਨੇ ਵੀ ਸੰਸਾਰ 'ਤੇ ਹੋ ਗੁਜ਼ਰੇ ਹਨ, ਪਹਿਲਾਂ ਮਹਾਂਪੁਰਖ ਅਵਤਾਰ, ਦੇਵੀ ਦੇਵਤੇ, ਪੀਰ ਫਕੀਰ, ਸਾਰਿਆਂ ਨੂੰ ਕਿਹਾ ਭਾਈ ਔਰੰਗਜ਼ੇਬ ਵਰਗੇ ਜ਼ਾਲਮ ਜਿਹੜੇ ਬਾਦਸ਼ਾਹ ਸੰਸਾਰ 'ਤੇ ਬੜਾ ਪਾਪ ਕਰ ਰਹੇ ਹਨ, ਮਜ਼ਲੂਮਾਂ ਨੂੰ ਦੁਖੀਆਂ ਨੂੰ ਤੰਗ ਕਰਦੇ ਹਨ, ਕੋਈ ਜਾ ਕੇ ਇਹਨਾਂ ਤੋਂ ਜਿਹੜਾ ਗਰੀਬਾਂ ਦਾ ਛੁਟਕਾਰਾ ਕਰਾਓ, ਦੁਖੀਆਂ ਦੇ ਦਰਦਾਂ ਨੂੰ ਸੁਣੋ ਜਾ ਕਰਕੇ। ਜਦੋਂ ਵੇਖਿਆ ਸੰਸਾਰ 'ਤੇ ਜ਼ਬਰਦਸਤ ਹਕੂਮਤਾਂ ਹਨ, ਇੰਨੀ ਤਾਕਤ ਨਹੀਂ, ਚਾਰਨ ਕਰੋ ਸ੍ਰੀ ਵਾਹਿਗੁਰੂ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਧਾਰਨ ਕਰਕੇ ਮਹਾਰਾਜ ਕਥਨ ਕਰਦੇ ਗੁਰਬਾਣੀ ਵਿੱਚ, ਸਾਧ ਰੂਪ ਆਪਣਾ ਤਨ ਧਾਰਿਆ। ਅਤੇ ਫਿਰ ਆ ਕਰਕੇ ਸੰਸਾਰ ਦੇ ਜੀਵਾਂ ਨੂੰ ਪਹਿਲਾਂ ਨਿਮਰਤਾ ਤੋਂ ਸਮਝਾਉਣਾ ਕੀਤਾ, ਪ੍ਰੇਮ ਦੇ ਨਾਲ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਪਹਿਲਾ ਬਚਨ ਇਹੀ ਹੈ ਕਿ ਮਿੱਠਾ ਬੋਲੇ ਨਿਵ ਚੱਲੇ ਸੇਜੇ ਰਵੇ ਪਤਾਰ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਸ ਪ੍ਰਕਾਰ ਪੰਜ ਰੂਪ ਧਾਰਨਾ ਨੇ। ਨਿਮਰਤਾ ਵੀ ਚੰਗੀ ਨਾ ਲੱਗੀ, ਜ਼ੁਲਮ ਦਾ ਵਾਧਾ ਦਿਨੋਂ ਦਿਨ ਹੋਣ ਲੱਗਾ। ਫਿਰ ਛੇਵੇਂ ਰੂਪ ਦੇ ਵਿੱਚ ਆ ਕਰਕੇ ਨਵਾਂ ਇਨਕਲਾਬ ਲਿਆਂਦਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਿਉਂਕਿ ਜਿਹੜੇ ਪ੍ਰਤੱਖ ਹਾਰ ਪੰਜਵੇਂ ਪਾਤਸ਼ਾਹ ਪਰਮੇਸ਼ਰ ਦਾ ਰੂਪ ਕਹੇ ਗਏ ਹਨ, ਉਹਨਾਂ ਕਿਸੇ ਨਾਲ ਜੰਗ ਯੁੱਧ ਨਹੀਂ ਕੀਤਾ, ਕਿਸੇ ਨਾਲ ਈਰਖਾ ਵੀ ਨਹੀਂ ਕੀਤੀ, ਪਰ ਸੱਚਾਈ ਨੂੰ ਮੁੱਖ ਰੱਖਦਿਆਂ ਜੋ ਕੀਤਾ ਸੰਗਤਾਂ ਦੀ ਵਿਚਾਰ ਦੇ ਨਾਲ
ਤੇ ਜ਼ਾਲਮਾਂ ਨੂੰ ਜਦੋਂ ਚੰਗਾ ਨਾ ਲੱਗਾ ਉਹਨਾਂ ਨੂੰ ਬੜੀ ਪਰੇਸ਼ਾਨੀ ਦੇਣ ਦਾ ਉਹਨਾਂ ਜ਼ੋਰ ਲਾਇਆ। ਇਸ ਤੋਂ ਬਾਅਦ ਫਿਰ 6ਵੇਂ ਪਾਤਸ਼ਾਹ ਜੀ ਨੇ ਸਮੇਂ ਦੀ ਚਾਲ ਵੇਖ ਕੇ ਸੂਰਬੀਰ ਸਿੱਖਾਂ ਦੀ ਜਿਹੜੀ ਸੀ ਇਹ ਮਰਜ਼ਾਦਾ ਧਾਰਨ ਕੀਤੀ ਹੈ। ਗੁਰੂ ਕੀ ਸਾਧ ਸੰਗਤ ਫਿਰ 9ਵੇਂ ਪਾਤਸ਼ਾਹ ਜੀ ਨਾਲ ਜੋ ਕੁਝ ਹੋਇਆ ਆਪ ਜਾਣਦੇ ਹੋ। ਕਿੰਨੀਆਂ ਹੋਰ ਕਈ ਤਰ੍ਹਾਂ ਦੀਆਂ ਸ਼ਖਸੀਅਤਾਂ ਸੰਸਾਰ 'ਤੇ ਆਈਆਂ ਤੇ ਉਹਨਾਂ ਨੂੰ ਬੜਾ ਕਸ਼ਟ ਦੇਣ ਦਾ ਇਹਨਾਂ ਲੋਕਾਂ ਯਤਨ ਕੀਤਾ ਹੈ। ਤੇ ਉਸ ਵੇਲੇ ਫਿਰ ਵੇਖਿਆ ਕਿ ਹੁਣ ਸਮੇਂ ਦੀ ਵਾਗ ਡੋਰ ਕੌਣ ਸੰਭਾਲੇਗਾ। ਗੁਰੂ ਕੀ ਸਾਧ ਸੰਗਤ ਫਿਰ ਉਸ ਵੇਲੇ ਜਿਹੜੇ ਹੇਮਕੁੰਟ 'ਤੇ ਜਾ ਕਰਕੇ ਬੜੇ ਸਮੇਂ ਤੋਂ ਸੈਂਕੜਿਆਂ ਦੇ ਹਿਸਾਬ ਦੇ ਨਾਲ ਉੱਥੇ ਬਰਸ ਗੁਜ਼ਰ ਗਏ, ਪਰਮੇਸ਼ਰ ਦੇ ਨਾਲ ਜੁੜਿਆਂ ਕੋਈ ਖਾਣ ਪੀਣ ਦੀ ਆਸ ਛੱਡ ਕੇ ਇੱਕ ਨਾਮ ਦੇ ਆਸਰੇ ਜਿਹੜੇ ਪਰਮੇਸ਼ਰ ਨਾਲ ਇੱਕਮਿਕ ਹੋਏ ਬੈਠੇ ਸਨ। ਕਈ ਲੋਕ ਜਿਹੜੇ ਅੱਜ ਸਾਨੂੰ ਕਹਿੰਦੇ ਕਿ ਮਹਾਰਾਜ ਦੀ ਬਾਣੀ ਨਹੀਂ, ਕਿਉਂਕਿ ਉਹ ਤਾਂ ਤੋੜਦੇ ਹਨ ਕਿ ਜਿੱਥੇ ਮਹਾਰਾਜ ਨੇ ਆਪ ਸਾਰਾ ਹਾਲ ਲਿਖਿਆ ਕਿ ਮੇਰੇ ਤੋਂ ਪਹਿਲਾਂ ਕੌਣ ਕੌਣ ਦੁਨੀਆ 'ਤੇ ਆਏ ਤੇ ਕੀ ਵਾਅਦਾ ਕਰਕੇ ਆਏ ਪਰਮੇਸ਼ਰ ਦੇ ਨਾਲ ਤੇ ਮੁੜ ਕੇ ਮੁੱਕਰ ਗਏ ਤੇ ਕੀ ਉਹਨਾਂ ਹੋਰ ਆਪਣੀ ਮਰਜ਼ੀ ਨਾਲ ਕੰਮ ਕੀਤੇ, ਉਹ ਸਾਰਾ ਸਤਿਗੁਰਾਂ ਨੇ ਖੋਲ੍ਹ ਕੇ ਹਾਲ ਦੱਸਿਆ ਹੈ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਮਹਾਰਾਜ ਨੇ ਸੋਚਿਆ ਕਿ ਹੁਣ ਸੰਸਾਰ 'ਤੇ ਕੋਈ ਵੱਡੀ ਸ਼ਕਤੀ ਦੀ ਫਿਰ ਲੋੜ ਹੈ। ਤੇ ਫਿਰ ਉਸ ਵੇਲੇ ਗੁਰੂ ਕੀ ਸਾਧ ਸੰਗਤ ਇਹ ਜਿਹੜੀ ਸ਼ਖਸੀਅਤ ਹੈ ਆਪ ਜਾਣਦੇ ਹੋ। ਇਹਦੇ ਬਾਰੇ ਪ੍ਰਾਤਨ ਮਹਾਰਾਜ ਜੀ ਨੇ ਆਪਣੀ ਕਥਾ ਆਪ ਹੀ ਦੱਸੀ। ਆਪ ਮੈਂ ਆਪਣੀ ਕਥਾ ਬਖਾਨੋ, ਸਤਿਗੁਰੂ ਜੀ ਕਹਿੰਦੇ ਆਪਣੀ ਕਥਾ ਆਪ ਹੀ ਅਸੀਂ ਦੱਸਦੇ ਹਾਂ, ਸਾਰੀ ਲਿਖਣਾ ਕੀਤੀ ਹੈ। ਫਿਰ ਮਗਰੋਂ ਉਹਨਾਂ ਇਹ ਵੀ ਕਹਿ ਦਿੱਤਾ ਬਚਿੱਤਰ ਨਾਟਕ ਨੂੰ ਪੜ੍ਹ ਕੇ ਵੇਖੋ ਕਿ ਸਾਧਨ ਲਖਾ ਮੂੜ ਨਹੀਂ ਪਾਇਓ। ਜਿਹੜੇ ਪਰਮੇਸ਼ਰ ਦੇ ਪਿਆਰੇ ਇਸ ਗੱਲ ਨੂੰ ਸਮਝ ਲੈਣਗੇ ਤੇ ਮੂਰਖ ਨਹੀਂ ਸਮਝਣਗੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਗੁਰੂ ਕੀ ਸਾਧ ਸੰਗਤ ਦੱਸਿਆ ਜਾਂਦਾ ਹੈ, ਸੰਖੇਪ ਵਿੱਚ ਬੇਨਤੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਕਿ ਮਹਾਰਾਜ ਰਾਮਚੰਦਰ ਜੀ ਤ੍ਰੇਤੇ ਯੁੱਗ ਵਿੱਚ ਹੋਏ, ਉਹਨਾਂ ਦੇ 2 ਪੁੱਤਰ ਹੋਏ ਹਨ, ਲਵ ਤੇ ਕੁਸ਼, ਜਿਹਨੂੰ ਲਹੂ ਕੁਸ਼ ਵੀ ਕਿਹਾ ਜਾਂਦਾ ਹੈ। ਲਹੂ ਨੇ ਲਾਹੌਰ ਸ਼ਹਿਰ ਵਸਾਇਆ ਹੈ ਤੇ ਕੁਸ਼ੂ ਨੇ ਕਸੂਰ ਵਸਾਇਆ ਹੈ। ਸੋ ਦੋਹਾਂ ਨੇ ਆਪੋ ਆਪਣੇ ਰਾਜ ਪ੍ਰਬੰਧ ਚਲਾਏ। ਕਾਫੀ ਸਮਾਂ ਕਈ ਪੀੜ੍ਹੀਆਂ ਲੰਘ ਗਈਆਂ। ਫਿਰ ਜੋ ਸੰਸਾਰ ਦੀ ਇੱਕ ਰੀਤ ਹੈ ਕਿ ਜਦੋਂ ਕਿਸੇ ਦਾ ਝਗੜਾ ਪੈਂਦਾ, ਪਰਿਵਾਰ ਦਾ, ਰਾਜੇ ਮਹਾਰਾਜਿਆਂ ਦਾ, ਜ਼ਮੀਨ ਤੋਂ, ਜਨਾਨੀ ਤੋਂ, ਧਨ ਪਦਾਰਥ ਤੋਂ ਇਹ ਝਗੜੇ ਹੁੰਦੇ ਹਨ। ਤੇ ਇਸ ਕਰਕੇ ਪਹਿਲਾਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ। ਇਹ ਤੋਂ ਕੋਈ ਵਿਰਲਾ ਹੀ ਬਚਦਾ ਹੈ ਸ਼ਾਂਤੀ ਦੇ ਨਾਲ ਜਿਹਦਾ ਬਚਾਅ ਹੋ ਜਾਵੇ, ਨਹੀਂ ਤੇ ਇੱਥੇ ਆਣ ਕੇ ਸਾਰਿਆਂ ਦੇ ਨਾਲ ਪਾਣਾ ਵਰਤ ਜਾਂਦਾ ਹੈ। ਗੁਰੂ ਕੀ ਸਾਧ ਸੰਗਤ ਉਸ ਵੇਲੇ ਜਿਹੜਾ ਆਪਦੀ ਜਿਹੜੀ ਕੁਲ ਦੇ ਵਿੱਚੋਂ ਉਹ ਲਹੂ ਦਾ ਜਿਹੜਾ ਉਹਦਾ ਵਾਰਸ ਸੀ ਉਹਦਾ ਨਾਂ ਹੈ ਕਾਲ ਰਾਏ, ਤੇ ਜਿਹੜਾ ਕੁਸ਼ੂ ਦੀ ਕੁਲ ਦੇ ਵਿੱਚ ਉਹਦਾ ਨਾਂ ਹੈ ਕਾਲ ਕੇਤ। ਇਹਨਾਂ ਦਾ ਆਪਸ ਵਿੱਚ ਬੜਾ ਵਿਰੋਧ ਪੈ ਗਿਆ ਤੇ ਕਾਲ ਰਾਏ ਨੇ ਕਾਲ ਕੇਤ ਨੂੰ ਆਪਣੇ ਇਲਾਕੇ ਵਿੱਚੋਂ ਲੁੱਟਦਾ ਉਹ ਚਲਿਆ ਗਿਆ। ਆਗਰੇ ਤੋਂ ਲੈ ਕੇ ਅਮਰਕੋਟ ਦੱਖਣ ਦੇ ਇਲਾਕੇ ਵੱਲ, ਇਹ ਜਿਹੜਾ ਇਲਾਕਾ ਇਹਨੂੰ ਸਨੌੜ ਦੇਸ਼ ਮੰਨਿਆ ਜਾਂਦਾ ਹੈ। ਉੱਥੋਂ ਦੇ ਰਾਜੇ 'ਤੇ ਜਾ ਕੇ ਜਦੋਂ ਹਮਲਾ ਕਰਨ ਲੱਗਾ ਤੇ ਉਹ ਅੱਗੋਂ ਆਪਣੀ ਲੜਕੀ ਦਾ ਡੋਲਾ ਲੈ ਕੇ ਮਿਲ ਪਿਆ, ਉਹਦੇ ਨਾਲ ਰਾਜੀਨਾਮਾ ਕਰ ਲਿਆ। ਉਹਦੇ ਘਰ ਕੋਈ ਪੁੱਤਰ ਨਹੀਂ ਸੀ ਤੇ ਉਹਨੇ ਆਪਣਾ ਜਵਾਈ ਬਣਾ ਕੇ ਤੇ ਰਾਜ ਭਾਗ ਉਹਨੂੰ ਸੌਂਪ ਦਿੱਤਾ। ਤੇ ਗੁਰੂ ਕੀ ਸਾਧ ਸੰਗਤ ਉਹਦੇ ਘਰ ਫਿਰ ਇੱਕ ਪੁੱਤਰ ਜਿਹੜਾ ਪੈਦਾ ਹੈ ਰਾਜਕੁਮਾਰ, ਉਹਦਾ ਨਾਂ ਸੋਢੀ ਰਾਏ ਰੱਖਿਆ ਗਿਆ, ਜਿੱਥੋਂ ਸੋਢੀਆਂ ਦੀ ਕੁਲ ਚੱਲਦੀ। ਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਕੀ ਸਾਧ ਸੰਗਤ ਉਹਦੇ 2 ਪੁੱਤਰ ਹੋਏ ਹਨ ਸੋਢੀ ਦੇ, ਪ੍ਰਿਥੀ ਰਾਏ ਤੇ ਜਗਤ ਰਾਏ। ਤੇ ਜਿਹੜਾ ਜਗਤ ਰਾਏ ਤੇ ਸੋਢੀ ਸੀ ਇਹ ਪਿਓ ਪੁੱਤ ਫਿਰ ਦੋਵੇਂ ਜਿਹੜੇ ਹਨ ਰਾਜ ਜਿਹੜਾ ਪ੍ਰਿਥੀ ਰਾਏ ਨੂੰ ਦੇ ਕੇ ਤੇ ਆਪ ਉਹਦੇ ਖਾਨਦਾਨ ਤੋਂ ਪਿਛਲਾ ਵੈਰ ਲੈਣ ਵਾਸਤੇ ਪੰਜਾਬ ਨੂੰ ਆ ਗਏ। ਤੇ ਆ ਕੇ ਉਹਨਾਂ 'ਤੇ ਹਮਲਾ ਕਰਕੇ ਤੇ ਫਿਰ ਇਹਨਾਂ ਨੂੰ ਇੱਥੋਂ ਕੱਢ ਦਿੱਤਾ। ਤੇ ਇਹ ਫਿਰ ਜਿਹੜੇ ਕਾਲ ਕੇਤ ਦੀ ਜਿਹੜੀ ਹੈਗੀ ਸੀ ਖਾਨਦਾਨੀ, ਇਹਨਾਂ ਦਾ ਪ੍ਰਬੰਧ ਹੋ ਗਿਆ। ਉਹਨਾਂ ਨੇ ਜਿਹੜੇ ਨਿਕਲੇ ਇੱਥੋਂ ਕਾਲ ਰਾਏ ਦੇ ਖਾਨਦਾਨ ਵਿੱਚੋਂ, ਉਹ ਪੂਰਬ ਦੇਸ਼ ਵਿੱਚ ਜਾ ਕੇ ਬਾਰਾਬੰਕੀ ਤੇ ਰਕਾਬਗੰਜ ਦੇ ਇਲਾਕੇ ਦੇ ਵਿੱਚ ਜਾ ਕੇ ਫਿਰਦੇ ਤੁਰਦੇ ਰਹੇ। ਕੁਝ ਸਮਾਂ ਗੁਜ਼ਾਰਿਆ ਤੇ ਉੱਥੇ ਕਾਂਸ਼ੀ ਵਿੱਚ ਜਾ ਕੇ ਉਹਨਾਂ ਨੇ ਵਿਦਿਆ ਪੜ੍ਹ ਲਈ। ਉਹਨਾਂ ਵਿੱਚੋਂ ਵਿਦਵਾਨ ਬਣ ਗਏ। ਉਹਨਾਂ ਨੂੰ ਵੇਦੀ ਆਖਣ ਲੱਗ ਪਏ, ਜਿੱਥੋਂ ਵੇਦੀ ਕੁਲ ਚੱਲੀ ਹੈ। 3 ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੈ ਜੈ ਤੈ ਪੈ ਸਹਾਏ। ਸੋ ਇਸ ਕਰਕੇ ਗੁਰੂ ਕੀ ਸਾਧ ਸੰਗਤ ਇੱਥੋਂ ਦਾ ਪ੍ਰਬੰਧ ਉਹਨਾਂ ਫਿਰ ਸਾਂਭ ਲਿਆ। ਉਸ ਵੇਲੇ ਜਿਹੜਾ ਸੀ
ਜਦੋਂ ਵੇਦੀਆਂ ਨੂੰ ਨਾਲ ਗਿਆਨ ਹੋ ਗਿਆ, ਗ੍ਰੰਥਾਂ ਦਾ, ਵੇਦਾਂ ਦਾ, ਸ਼ਾਸਤਰਾਂ ਦਾ, ਨਾਲੇ ਸੂਰਮੇ ਸਨ ਤੇ ਆਪਣੀ ਵਿਦਿਆ ਦੇ ਨਾਲ ਸਾਰੇ ਵਿਦਵਾਨਾਂ ਨੂੰ ਜਿੱਤਦੇ, ਪ੍ਰਚਾਰ ਕਰਦੇ ਵਿਦਿਆ ਦਾ। ਇਸ ਭਾਰਤ ਦੇਸ਼, ਪੰਜਾਬ ਦੀ ਧਰਤੀ ਜਿਹਨੂੰ ਮਦਰ ਦੇਸ਼ ਕਿਹਾ ਜਾਂਦਾ ਹੈ, ਅੰਮ੍ਰਿਤਸਰ ਦੀ ਧਰਤੀ ਵੱਲ ਆਏ। ਇੱਥੇ ਆ ਕੇ ਜਦੋਂ ਜਿਹੜਾ ਦਰਬਾਰ ਸਾਹਿਬ ਦਾ ਇਲਾਕਾ ਹੈ, ਉਦੋਂ ਹਰਿਮੰਦਰ ਸਾਹਿਬ ਦੀ ਅਜੇ ਰਚਨਾ ਨਹੀਂ ਸੀ ਮਹਾਰਾਜ ਨੇ ਕੀਤੀ। ਇਹ ਪਹਿਲੇ ਸਮੇਂ ਦੀ ਗੱਲ ਹੈ। ਵੇਖਿਆ ਇਲਾਕਾ ਬੜਾ ਉਹਨਾਂ ਨੂੰ ਪਸੰਦ ਆਇਆ। ਇੱਥੇ ਆ ਕਰਕੇ ਉਹਨਾਂ ਨੇ ਆਪਣੇ ਵੇਦਾਂ ਦਾ ਪ੍ਰਚਾਰ ਸ਼ੁਰੂ ਕੀਤਾ ਹੈ। ਉਸ ਵੇਲੇ ਜਿਹੜਾ ਇੱਥੇ ਕਾਲ ਕੇਤ ਦੀ ਕੁਲ ਦੇ ਵਿੱਚੋਂ ਮੁਕਲ ਰਾਏ ਰਾਜਾ ਸੀ, ਤੇ ਉਹਨੇ ਜਦੋਂ ਸੁਣਿਆ ਕਿ ਬੜੀ ਮਿੱਠੀਆਂ ਸੁਰਾਂ ਦੇ ਨਾਲ ਇਹ ਜਿਹੜਾ ਪਾਠ ਸੁਣਾਉਂਦੇ ਹਨ, ਪ੍ਰਚਾਰ ਕਰਦੇ ਹਨ, ਇਹਨਾਂ ਕੋਲੋਂ ਕਥਾ ਸੁਣਨਾ ਸ਼ੁਰੂ ਕੀਤੀ। ਗੁਰੂ ਕੀ ਸਾਧ ਸੰਗਤ ਜਦੋਂ 3 ਵੇਦਾਂ ਦੀ ਕਥਾ ਹੋ ਗਈ ਤੇ ਰਾਜੇ ਦਾ ਮਨ ਜਿਹੜਾ ਬੜਾ ਮੋਹਿਤ ਹੋ ਗਿਆ ਕਿ ਬੜੇ ਚੰਗੇ ਵਿਦਵਾਨ ਹਨ, ਤੇ ਜਿਹੜੀ ਇਹ ਪਰਮੇਸ਼ਰ ਦੀ ਕਥਾ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਗੱਲ ਕੋਈ ਵੀ ਮਾੜੀ ਨਹੀਂ, ਗੁਰਬਾਣੀ ਵੀ ਚੰਗੀ ਹੈ, ਪਾਠ ਗੁਰਬਾਣੀ ਦਾ ਵੀ ਬੜਾ ਵੱਡਾ ਫਲ ਹੈ, ਕੀਰਤਨ ਦਾ ਵੱਡਾ ਫਲ ਹੈ। ਪਰ ਜਿਹੜੀ ਕਥਾ ਹੁੰਦੀ ਹੈ ਇਹਦੇ ਵਿੱਚ ਖੋਲ੍ਹ ਕੇ ਹਰ ਗੱਲ ਦਾ ਕੁਝ ਸਮਾਂ ਜਿਹੜਾ ਹੈ ਪਤਾ ਛੇਤੀ ਲੱਗ ਜਾਂਦਾ, ਸਮਝ ਆ ਜਾਂਦੀ ਹੈ, ਉਹ ਸਮਾਂ ਸਫਲ ਗਿਣਿਆ ਜਾਂਦਾ ਹੈ। ਸੋ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਜਦੋਂ 3 ਵੇਦਾਂ ਦੀ ਕਥਾ ਸੁਣੀ, ਉਹਦੇ ਮਨ ਵਿੱਚ ਇਹ ਵਿਚਾਰ ਆ ਗਈ ਕਿ ਹੁਣ ਇਹਨਾਂ ਨੂੰ ਇਹਦੇ ਬਦਲੇ ਕੀ ਦਿਆਂ। ਇਹਨਾਂ ਮਨ ਵਿੱਚ ਪ੍ਰਭਾਵਿਤ ਹੋਇਆ, ਆਪਣਾ ਰਾਜ ਭਾਗ ਉਹਨਾਂ ਨੂੰ ਦੇ ਕੇ ਤੇ ਆਪ ਜੰਗਲ ਨੂੰ ਤੁਰ ਪਿਆ। ਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜਦੋਂ ਉਹ ਤੁਰਨ ਲੱਗਾ ਹੈ ਤੇ ਉਸ ਵੇਲੇ ਜਿਹੜੇ ਵੇਦੀਆਂ ਦੇ ਕੁਲ ਦੇ ਵੇਦੀ ਬਣੇ ਸਨ, ਉਹਨਾਂ ਨੇ ਕਿਹਾ ਰਾਜਾ ਤੂੰ ਬੜਾ ਇਹ ਦਾਨ ਕਰਨ ਲੱਗਾ ਹੈ, ਪਰ ਇੱਕ ਹੁਣ ਸਾਡਾ ਬਚਨ ਸੁਣ ਲੈ। ਜਿਵੇਂ ਤੂੰ 3 ਵੇਦਾਂ ਦੀ ਕਥਾ ਸੁਣ ਕੇ ਚੌਥੇ ਵੇਦ ਦੇ ਵੇਲੇ ਤੂੰ ਇਹ ਰਾਜ ਭਾਗ ਦਾਨ ਕਰ ਦਿੱਤਾ ਹੈ, ਸਮਾਂ ਆਵੇਗਾ ਜਿਹੜਾ ਸਾਡਾ ਵੀ ਖਾਨਦਾਨ ਹੋਵੇਗਾ। ਇਸੇ ਤਰ੍ਹਾਂ ਜਦੋਂ ਤੁਹਾਡੀ ਚੌਥੀ ਪੀੜ੍ਹੀ ਚੱਲੇਗੀ ਤੇ ਤੁਹਾਨੂੰ ਇਸ ਗੱਲ ਦਾ ਫਲ ਮਿਲੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਸੋ ਗੁਰੂ ਕੀ ਸਾਧ ਸੰਗਤ ਉਹ ਜਿਹੜੇ ਕਾਂਸ਼ੀ ਵਿੱਚ ਗਏ ਸਨ, ਉਹਨਾਂ ਵਿੱਚੋਂ 8 ਸ਼ਖਸੀਅਤਾਂ ਵੱਡੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਖਾਨਦਾਨ ਬੜਾ ਪਵਿੱਤਰ ਮੰਨਿਆ ਗਿਆ, ਜਿਨ੍ਹਾਂ ਵਿੱਚ ਬਾਬਾ ਹਰਦਾਸ ਜੀ ਪ੍ਰਗਟ ਹੋਏ, ਜਿਨ੍ਹਾਂ ਨੇ ਆ ਕੇ ਲਾਹੌਰ ਆਪਣੀ ਰਿਹਾਇਸ਼ ਕੀਤੀ। ਤੇ ਉਹਨਾਂ ਦੇ ਘਰ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਉਹਨਾਂ ਦੇ ਘਰ ਆ ਕੇ ਪ੍ਰਗਟ ਹੋਏ। ਤੇ ਤੀਜੀ ਪੀੜ੍ਹੀ ਜਿਹੜੀ ਧੰਨ ਗੁਰੂ ਅਮਰਦਾਸ ਜੀ ਦੀ ਸੀ, ਗੁਰੂ ਨਾਨਕ ਤੋਂ ਚੱਲੀ ਸਤਿਗੁਰਾਂ ਦੇ। ਤੇ ਉਸ ਵੇਲੇ ਸਤਿਗੁਰਾਂ ਨੇ ਜਿਹੜੇ ਲਾਹੌਰ ਨੂੰ ਸਰਾਪ ਹੋਇਆ ਸੀ ਗੁਰੂ ਨਾਨਕ ਦਾ, ਜਿੱਥੇ ਸਦਾ ਕਹਿਰ ਵਰਤਦਾ ਸੀ, ਗਊਆਂ ਕਤਲ ਕੀਤੀਆਂ ਜਾਂਦੀਆਂ ਸਨ, ਜੋ ਲਿਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇੱਕ ਗੁਰੂ ਰਾਮਦਾਸ ਜੀ ਦੇ ਪਵਿੱਤਰ ਹੋਣ ਕਰਕੇ, ਗੁਰੂ ਘਰ ਦਾ ਸੇਵਾਦਾਰ, ਗੁਰੂ ਘਰ ਦਾ ਸੰਬੰਧੀ ਹੋਣ ਕਰਕੇ ਇੱਕ ਦੇ ਪਿੱਛੇ ਸਾਰਿਆਂ ਨੂੰ ਬਖਸ਼ਣਾ ਕੀਤਾ ਮਹਾਰਾਜ ਨੇ। ਜਿਹੜੇ 3 ਪੀੜ੍ਹੀਆਂ ਬਖਸ਼ੇ ਨਹੀਂ ਗਏ। ਸਤਿਗੁਰਾਂ ਲਾਹੌਰ ਜਿੱਥੇ ਕਹਿ ਵਰਤਦਾ ਸੀ, ਉਹਨੂੰ ਅੰਮ੍ਰਿਤਸਰ ਦਾ ਨਾਂ ਦਿੱਤਾ ਹੈ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤਸਰ ਜਿਹੜਾ ਲਾਹੌਰ ਦੇ ਬਾਰੇ ਉੱਥੇ ਨਾਂ ਵਰਤਿਆ ਗਿਆ ਹੈ। ਸੋ ਗੁਰੂ ਕੀ ਸਾਧ ਸੰਗਤ ਉਸ ਸ਼ਹਿਰ ਨੂੰ ਬਖਸ਼ਣਾ ਕੀਤਾ। ਤੇ ਨਾਲ ਜਿਵੇਂ ਬੀਬੀ ਭਾਨੀ ਜੀ ਨੇ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕੀਤੀ ਸੀ, ਤੇ ਸੇਵਾ 'ਤੇ ਪ੍ਰਸੰਨ ਹੋ ਕੇ ਜਦੋਂ ਉਹਨਾਂ ਕਿਹਾ ਕੁਝ ਮੰਗੋ, ਤੇ ਉਹਨਾਂ ਇਹ ਬੇਨਤੀ ਕੀਤੀ, ਸਮਾਂ ਆਉਣਾ ਸੀ, ਇਹ ਗੱਲ ਹੋਣੀ ਸੀ। ਉਹਨਾਂ ਕਿਹਾ ਮਹਾਰਾਜ ਘਰ ਦੀ ਘਰ ਰਹਿ ਜਾਵੇ, ਭਾਵ ਗੁਰਿਆਈ ਜਿਹੜੀ ਹੈ ਇਸ ਪਰਿਵਾਰ ਵਿੱਚ ਬਖਸ਼ਣਾ ਕਰੋ। ਤੇ ਸਤਿਗੁਰਾਂ ਕਿਹਾ ਤੇਰਾ ਹੁਣ ਬਚਨ ਤੇ ਜਿਹੜਾ ਤੂੰ ਕਿਹਾ ਪੂਰਾ ਹੋ ਜਾਵੇਗਾ, ਪਰ ਕਈ ਤਰ੍ਹਾਂ ਦੀਆਂ ਪ੍ਰੀਖਿਆ ਹੋਣਗੀਆਂ, ਮੁਸ਼ਕਿਲਾਂ ਆਉਣਗੀਆਂ, ਤੇ ਮਹਾਰਾਜ ਕਿਰਪਾ ਕਰੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਕੀ ਸਾਧ ਸੰਗਤ ਉਹ ਜਿਹੜਾ ਖਾਨਦਾਨ ਸੋਢੀਆਂ ਦਾ ਹੋਇਆ, ਅੱਗੇ ਆਪ ਜਾਣਦੇ ਉਹਨਾਂ ਦੇ ਘਰ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਗਟ ਹੋਏ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ। ਉਹਨਾਂ ਦੇ 5 ਪੁੱਤਰ ਹੋਏ, ਬਾਬਾ ਗੁਰਦਿੱਤਾ ਜੀ, ਬਾਬਾ ਟਲ ਜੀ, ਬਾਬਾ ਅਣੀ ਰਾਏ, ਸੂਰਜਮਲ ਤੇ ਗੁਰੂ ਤੇਗ ਬਹਾਦਰ ਮਹਾਰਾਜ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇੱਥੇ ਆ ਕੇ ਜਿਹੜੀ ਵਾਰਤਾ ਇਹ ਆਉਂਦੀ ਹੈ ਕਿ ਜਦੋਂ ਹੁਣ ਉਹ ਜਿਹੜਾ ਸੋਢੀ ਰਾਏ ਸੀ, ਜਦੋਂ ਉਹਨੂੰ ਰਾਜ ਭਾਗ ਜਿਹੜਾ ਉਹ ਕਰਦਾ ਹੋਇਆ, ਅੱਗੇ ਦਾ ਸਮਾਂ ਆਇਆ ਕਿ ਬੜੇ ਉਹਨੇ ਦੁਸ਼ਟ ਮਾਰੇ, ਬੜੇ ਜ਼ਾਲਮਾਂ ਦਾ ਨਾਸ਼ ਕੀਤਾ, ਤੇ ਮਨ ਅੱਕ ਗਿਆ। ਤੇ ਇਸ ਕਰਕੇ ਉਹ ਆਪਣੇ ਅੱਗੇ ਲੜਕੇ ਨੂੰ ਰਾਜ ਦੇ ਕਰਕੇ ਤੇ ਉਹ ਸਿੱਧਾ ਪਰਬਤਾਂ ਵੱਲੇ ਚਲਿਆ ਗਿਆ। ਹੇਮਕੁੰਟ 'ਤੇ ਜਾ ਕਰਕੇ ਸਮੁੰਡਨ ਰਿਖੀ ਪਾਸੋਂ ਉਪਦੇਸ਼ ਲੈ ਕਰਕੇ ਉੱਥੇ ਇੱਕ ਰਸ ਸਮਾਧੀ ਲਾ ਲਈ। ਇੱਕ ਰਸ ਸਮਾਧੀ ਉਹ ਹੁੰਦੀ ਹੈ ਸਾਵਧਾਨ ਇਕਾਗਰ ਚੀਤ, ਜਿੱਥੇ ਜੀਵ ਦਾ ਇੱਕ ਵੀ ਅੰਗ ਹਿੱਲਦਾ ਨਹੀਂ,
क्योंकि ऐसा फिर नाम का ਉਹਨੂੰ ਰਸ ਆ ਜਾਂਦਾ। ਮਹਾਰਾਜ ਕਹਿੰਦੇ ਅਸਲ ਸਮਾਧੀ ਮੰਨੀ ਜਾਂਦੀ ਆਸਨ ਅਭੰਗ ਉਪਮਾ ਅਨੰਗ। ਤੇ ਫਿਰ ਇੱਕ ਰਸ ਨਾਮ ਦੇ ਰਸ ਦੇ ਵਿੱਚ ਜੁੜ ਗਏ, ਕਈ ਸਾਲ ਉੱਥੇ ਲੰਘ ਗਏ, ਸੈਂਕੜਿਆਂ ਦੇ ਹਿਸਾਬ। ਇੱਧਰ ਜਦੋਂ ਪਰਮੇਸ਼ਰ ਨੇ ਦੁਨੀਆ ਦੀ ਹਾਲਤ ਵੇਖੀ ਤੇ ਹੁਣ ਕੌਣ ਜਾਵੇਗਾ ਦੁਨੀਆ ਤੇ ਇਹਦੇ ਵੱਲ ਨਿਗਾਹ ਆਈ ਕਿ ਇਹਦੇ ਤੋਂ ਬਿਨਾ ਕੋਈ ਸੂਰਮਾ ਐਸਾ ਨਹੀਂ ਜਿਹੜਾ ਜਾ ਕੇ ਧਰਮ ਨੂੰ ਕਾਇਮ ਕਰੇ। ਤੇ ਉਸ ਵੇਲੇ ਵੇਖਿਆ ਕਿ ਇਹਨਾਂ ਨੂੰ ਹੁਣ ਇੱਥੇ ਮਾਤ ਲੋਕ ਤੇ ਭੇਜਣਾ ਕਰੀਏ। ਤੇ ਗੁਰੂ ਕੀ ਸਾਧ ਸੰਗਤ ਹੁਣ ਐਡਾ ਜਿਹੜਾ ਪਵਿੱਤਰ ਜਿਹੜਾ ਕੋਈ ਸ਼ਕਤੀ ਵਾਲਾ ਹੈ ਉਹਨੂੰ ਹਰ ਘਰ ਦੇ ਵਿੱਚ ਆਉਣ ਦਾ ਸਮਾਂ ਨਹੀਂ ਮਿਲਦਾ। ਸਿਆਣੇ ਕਹਿੰਦੇ ਸਭ ਤੋਂ ਮਾੜਾ ਤੇ ਸਭ ਤੋਂ ਚੰਗਾ ਜਿਹੜਾ ਪਵਿੱਤਰ ਜੀਵ ਹੈ ਹਰ ਘਰ ਦੇ ਵਿੱਚ ਪੈਦਾ ਨਹੀਂ ਹੁੰਦਾ। ਆਮ ਦੁਨੀਆ ਪੈਦਾ ਹੋ ਜਾਂਦੀ ਹੈ। ਸਭ ਤੋਂ ਮਾੜਾ ਜਿਹੜਾ ਹੈ ਉਹ ਜੀਵ ਉਹਦੇ ਘਰ ਪੈਦਾ ਹੋਵੇਗਾ ਜਿਹੜੇ ਪਰਿਵਾਰ ਦਾ ਮਾਂ ਪਿਓ ਦਾ ਕੋਈ ਪਿਛਲਾ ਮਾੜਾ ਬਹੁਤਾ ਕਰਮ ਹੋਵੇਗਾ। ਤੇ ਸਭ ਤੋਂ ਪਵਿੱਤਰ ਜੀਵ ਉਹਦੇ ਘਰ ਆਵੇਗਾ ਜਿਹਦੀ ਬਹੁਤ ਚੰਗੀ ਕਮਾਈ ਹੋਵੇਗੀ, ਪਿਛਲਾ ਕੋਈ ਪੁੰਨ ਦਾਨ ਚੰਗਾ ਤਪ ਤੇਜ ਹੋਵੇਗਾ। ਇਸ ਕਰਕੇ ਹੁਣ ਮਹਾਰਾਜ ਨੇ ਵੇਖਿਆ ਕਿਹੜੇ ਪਰਿਵਾਰ ਦੇ ਵਿੱਚ ਇਹਦਾ ਜਾਣਾ ਹੋਵੇਗਾ। ਉਸ ਵੇਲੇ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਉੱਤਰਾਖੰਡ ਦੇ ਵਿੱਚ ਇੱਕ ਰਾਜਾ ਦੀਰਘਦਰਸ਼ੀ ਹੋਇਆ ਹੈ, ਉਹਦੇ ਘਰ ਰਾਣੀ ਸਤਵੰਤੀ ਹੋਏ। ਉਹਨਾਂ ਨੇ ਧਾਰਮੀ ਦੋਵੇਂ ਜੀਵ ਸਨ, ਪਰਮੇਸ਼ਰ ਨੂੰ ਬੜਾ ਯਾਦ ਕਰਦੇ, ਪੁੰਨ ਦਾਨ ਕਰਦੇ, ਲੋਕ ਬੜੇ ਸੌਖੇ। ਐਸੇ ਰਾਜੇ ਦੀ ਸਦਾ ਸੁੱਖ ਮੰਗਦੇ ਸਨ। ਮਾਤਾ ਪਿਤਾ ਵਾਂਗੂ ਉਹ ਜਨਤਾ ਦੀ ਰਖਵਾਲੀ ਕਰਦੇ, ਪਰ ਉਹਨਾਂ ਦੇ ਘਰ ਪੁੱਤਰ ਕੋਈ ਨਹੀਂ ਸੀ। ਇਸ ਆਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਾ ਕਰਕੇ ਗੰਗਾ ਕਿਨਾਰੇ ਪਰਮੇਸ਼ਰ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਬੜਾ ਲੰਮਾ ਸਮਾਂ ਲੰਘ ਗਿਆ। ਉਹਨਾਂ ਨੂੰ ਉੱਥੇ ਭਗਤੀ ਕਰਦਿਆਂ ਆਖਰ ਪਰਮੇਸ਼ਰ ਦੀ ਆਕਾਸ਼ ਬਾਣੀ ਹੋਈ, ਮੰਗੋ ਜੋ ਕੁਝ ਮੰਗਣਾ ਤੁਹਾਡੀ ਸੇਵਾ ਨੂੰ ਤਪ ਨੂੰ ਫਲ ਮਿਲਿਆ ਹੈ। ਉਹਨਾਂ ਕਿਹਾ ਮਹਾਰਾਜ ਸਾਡੀ ਇੱਕੋ ਹੀ ਮੰਗ ਹੈ, ਹੋਰ ਆਪ ਜੀ ਦਾ ਦਿੱਤਾ ਸਭ ਕੁਝ ਹੈ, ਪਰ ਸਾਡੇ ਘਰ ਪੁੱਤਰ ਦੀ ਦਾਤ ਨਹੀਂ। ਇਸ ਕਰਕੇ ਸਾਡੇ ਘਰ ਪੁੱਤਰ ਹੋਵੇ ਜਿਹੜਾ ਜਗ ਤੋਂ ਨਿਆਰਾ ਹੋਵੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਕੀ ਸਾਧ ਸੰਗਤ ਮਹਾਰਾਜ ਨੇ ਕਿਹਾ ਭਾਈ ਤੁਹਾਨੂੰ ਬਚਨ ਦੇ ਚੁੱਕੇ ਹਾਂ, ਤੁਹਾਡੀ ਮੰਗ ਪੂਰੀ ਹੋਵੇਗੀ, ਪਰ ਹੁਣ ਆਪ ਦੀ ਜਿਹੜੀ ਅਵਸਥਾ ਹੈ ਤੁਹਾਡੀ ਬਿਰਧ ਹੋ ਚੁੱਕੀ ਹੈ। ਇਸ ਕਰਕੇ ਤੁਹਾਨੂੰ ਨਵੇਂ ਖਾਨਦਾਨ ਵਿੱਚ ਜਾ ਕੇ ਪੈਦਾ ਹੋਣਾ ਪਵੇਗਾ, ਫਿਰ ਤੁਹਾਡੀ ਆਸ ਪੂਰੀ ਹੋਵੇਗੀ। ਸੋ ਗੁਰੂ ਕੀ ਸਾਧ ਸੰਗਤ ਉਹੀ ਖਾਨਦਾਨ ਜਿਹੜਾ ਸਭ ਤੋਂ ਪਵਿੱਤਰ ਮੰਨਿਆ ਗਿਆ, ਗੁਰੂ ਰਾਮਦਾਸ ਮਹਾਰਾਜ ਜੀ ਦਾ ਸੋਢੀ ਵੰਸ਼ ਦਾ, ਉਹਨਾਂ ਦੇ ਘਰ 9ਵੇਂ ਪਾਤਸ਼ਾਹ ਦੇ ਇਹਦਾ ਰੂਪ ਦੇ ਵਿੱਚ ਇਹਨਾਂ ਨੂੰ ਆਉਣਾ ਪਿਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਉਹ ਰਾਜਾ ਦੀਰਘਦਰਸ਼ੀ ਜਿਹੜਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਬਣ ਕੇ ਆਏ। ਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਰਾਣੀ ਸਤਵੰਤੀ ਜਿਹੜੀ ਸੀ ਉਹਨਾਂ ਦਾ ਨਾਮ ਮਾਤਾ ਗੁਜਰੀ ਰੱਖਿਆ ਗਿਆ। ਮਾਤਾ ਤੇ ਗੁਰੂ ਬਾਅਦ ਵਿੱਚ ਇਹਨਾਂ ਦੇ ਨਾਲ ਲੱਗਾ ਹੈ ਨਾਮ ਦੇ। ਰਾਜਾ ਦੀਰਘਦਰਸ਼ੀ ਤੇ ਸਤਵੰਤੀ ਰਾਣੀ ਤਿਆਗਮਾਲਾ ਉਹ ਦੁਬਾਰਾ ਇਹ ਰੂਪ ਧਾਰ ਕੇ ਆਏ। ਮਾਤਾ ਗੁਜਰੀ ਜੀ ਦਾ ਜਿਹੜਾ ਪਰਿਵਾਰ ਹੈ ਉਹਨਾਂ ਦਾ ਪਹਿਲਾ ਜਿਹੜਾ ਸਥਾਨ ਹੈ ਉਹ ਲਖਨੌਰ ਦੱਸਿਆ ਜਾਂਦਾ ਹੈ। ਬਾਅਦ ਵਿੱਚ ਕਰਤਾਰਪੁਰ ਦਾ ਜਲੰਧਰ ਦੇ ਏਰੀਏ ਦੇ ਵਿੱਚ ਹੈ, ਉੱਥੇ ਉਹਨਾਂ ਦੀ ਰਿਹਾਇਸ਼ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਫਿਰ ਜਿਨ੍ਹਾਂ ਦੇ ਪਰਿਵਾਰ ਵਿੱਚ ਆਉਂਦੇ ਹਨ, ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੰਯੋਗ ਬਣਿਆ। ਆਪ ਜਾਣਦੇ ਸੰਖੇਪ ਵਿੱਚ ਬੇਨਤੀ ਹੈ। ਤੇ ਸਮਾਂ ਲੰਘ ਗਿਆ, ਸਤਿਗੁਰਾਂ ਨੇ ਸੰਗਤਾਂ ਨੂੰ ਤਾਰਨਾ ਕੀਤਾ 9ਵੇਂ ਪਾਤਸ਼ਾਹ। ਤੇ ਫਿਰ ਮਾਤਾ ਜੀ ਦੇ ਕਹਿਣ ਕਰਕੇ, ਸਿੱਖਾਂ ਦੇ ਕਹਿਣ ਕਰਕੇ ਤੀਰਥਾਂ ਦੀ ਯਾਤਰਾ ਸੰਗਤਾਂ ਨੂੰ ਤਾਰਨ ਵਾਸਤੇ ਤੁਰ ਪਏ। ਤੇ ਗੁਰੂ ਕੀ ਸਾਧ ਸੰਗਤ ਜਦੋਂ ਤ੍ਰਿਵੇਣੀ, ਜਿਹਨੂੰ ਇਲਾਹਾਬਾਦ ਕਿਹਾ ਜਾਂਦਾ, ਜਿੱਥੇ ਤਿੰਨਾਂ ਨਦੀਆਂ ਦਾ ਮੇਲ ਸਮਝਿਆ ਜਾਂਦਾ ਹੈ, ਉਸ ਥਾਂ 'ਤੇ ਜਾ ਕਰਕੇ ਮਾਤਾ ਨਾਨਕੀ ਜੀ ਜੋ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਸਨ, ਉਹਨਾਂ ਨੇ ਬਚਨ ਕੀਤਾ ਗੁਰੂ ਤੇਗ ਬਹਾਦਰ ਜੀ ਦੇ ਕੋਲ ਕਿ ਆਪ ਜੀ ਦੇ ਜਿਹੜੇ ਵੱਡੇ ਹਨ ਪਿਤਾ ਜੀ, ਉਹਨਾਂ ਬਚਨ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿ ਤੂੰ ਆਪਣੇ ਪੋਤਰੇ ਦਾ ਚਿਹਰਾ ਵੇਖੇਂਗੀ, ਉਹਨਾਂ ਦਾ ਜਿਹੜਾ ਖੁਸ਼ੀਆਂ ਦਾ ਸਮਾਂ ਵੇਖੇਂਗੀ ਆਉਣ ਦਾ। ਮਹਾਰਾਜ ਉਹ ਕਦੋਂ ਸਮਾਂ ਆਉਣਾ ਹੈ? ਤੇ ਮਹਾਰਾਜ ਜੀ ਨੇ ਕਿਹਾ ਫਿਰ ਇੱਥੇ ਤੁਸੀਂ ਪਰਮੇਸ਼ਰ ਦੀ ਜਿਹੜੀ ਹੈ ਨਾਮ ਦੀ ਆਰਾਧਨਾ ਕੀਤੀ ਜਾਵੇ, ਗੁਰਬਾਣੀ ਦਾ ਪਾਠ ਕਰਕੇ ਸੁਣਿਆ ਜਾਵੇ। ਤੇ ਗੁਰੂ ਕੀ ਸਾਧ ਸੰਗਤ ਉੱਥੇ ਜਦੋਂ ਗੁਰਬਾਣੀ ਦਾ ਮਹਾਰਾਜ ਜੀ ਨੇ ਪਾਠ ਕਰਵਾਇਆ ਤੇ ਫਿਰ ਅੱਗੇ ਯਾਤਰਾ ਵਾਸਤੇ ਚੱਲ ਪਏ। ਇਸੇ ਤਰ੍ਹਾਂ ਸੰਗਤਾਂ ਨੂੰ ਉਤਾਰਦੇ। ਜੋ ਪਟਨਾ ਸ਼ਹਿਰ ਦੀ ਧਰਤੀ ਹੈ ਉਹਨਾਂ ਨੂੰ ਪਸੰਦ ਆਈ, ਕਿਉਂਕਿ ਉੱਥੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਸਨ, ਗੁਰੂ ਤੇਗ ਬਹਾਦਰ ਜੀ ਵੀ ਗਏ, ਇਸ ਕਰਕੇ ਪਹਿਲੇ ਬਚਨ ਵੀ ਪੂਰੇ ਹੋਣੇ ਸਨ। ਉਹ ਧਰਤੀ ਜਾ ਕੇ ਪਸੰਦ ਹੋਈ ਮਹਾਰਾਜ ਦੀ, ਉੱਥੇ ਰਿਹਾਇਸ਼ ਹੋਈ ਪਰਿਵਾਰ ਦੀ। ਤੇ ਗੁਰੂ ਕੀ ਸਾਧ ਸੰਗਤ ਜਿਹੜਾ ਬਾਬਾ ਸੰਗਤ ਸਿੰਘ ਜੀ ਹੋਏ ਹਨ, ਇਹਨਾਂ ਦਾ ਵੀ ਪਰਿਵਾਰ ਗੁਰੂ ਕੇ ਪਰਿਵਾਰ ਦੇ ਨਾਲ ਰਿਹਾ, ਸੇਵਾ ਕਰਦੇ ਰਹੇ। ਤੇ ਇਹਨਾਂ ਦਾ ਵੀ ਅਵਤਾਰ ਉੱਥੇ ਹੋਇਆ। ਉਸ ਧਰਤੀ 'ਤੇ ਆ ਕਰਕੇ 9ਵੇਂ ਪਾਤਸ਼ਾਹ ਦੇ ਘਰ
ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ 1723 ਬਿਕਰਮੀ 1666 ਈਸਵੀ ਤੇ 22 ਦਸੰਬਰ 23 ਪੋਹ ਦੱਸਿਆ ਜਾਂਦਾ ਹੈ, ਢਲੀ ਰਾਤ ਇਹਨਾਂ ਨੇ ਆ ਕੇ ਅਵਤਾਰ ਧਾਰਨ ਕੀਤਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਕੀ ਸਾਧ ਸੰਗਤ ਇਹਨਾਂ ਦੇ ਆਉਣ ਤੇ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਦੀ ਬਹਾਰ ਜਿਹੜੀ ਖਿੜ ਗਈ ਤੇ ਮਹਾਰਾਜ ਦੀ ਕਿਰਪਾ ਐਸੀ ਹੋਈ ਕਿ ਭੀਖਣ ਸ਼ਾਹ ਵਰਗੇ ਜਿਹੜੇ ਮਹਾਰਾਜ ਦੇ ਪਿਆਰੇ ਸਨ, ਉਹਨਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਦੀ ਜੋਤ ਜਿਹੜੀ ਜਾਰੀ ਹੈ ਅੱਜ ਪਟਨੇ ਸ਼ਹਿਰ ਵਿੱਚ ਆ ਗਈ ਹੈ। ਸੋ ਇਸ ਪ੍ਰਕਾਰ ਆ ਕਰਕੇ ਉਸ ਧਰਤੀ ਨੂੰ ਭਾਗ ਲਾਏ, ਬਚਪਨ ਦੀਆਂ ਖੇਡਾਂ ਉੱਥੇ ਖੇਡੀਆਂ। ਰਾਜੇ ਸ਼ਿਵਦੱਤ ਵਰਗੇ, ਜਗਤੇ ਸੇਠ ਵਰਗੇ, ਇਸ ਤਰ੍ਹਾਂ ਅਨੇਕਾਂ ਲੋਕਾਂ ਨੂੰ, ਰਾਣੀ ਮੈਨੀ ਵਰਗਿਆਂ ਨੂੰ ਭਾਗ ਲਾਏ ਮਹਾਰਾਜ ਜੀ ਨੇ। ਤੇ ਫਿਰ ਅਨੰਦਪੁਰ ਸਾਹਿਬ ਆ ਕੇ ਜੋ ਰਚਨਾ ਕੀਤੀਆਂ ਆਪ ਜਾਣਦੇ ਹੋ, ਖਾਲਸਾ ਪੰਥ ਦੀ ਸਾਜਣਾ ਕੀਤੀ। ਜਿਹੜਾ ਬਚਨ ਹੋਇਆ ਸੀ ਪਰਮੇਸ਼ਰ ਦਾ, ਜਾ ਕੇ ਧਰਮ ਨੂੰ ਕਾਇਮ ਕਰੋ। ਤੇ ਸਤਿਗੁਰਾਂ ਕਿਹਾ ਮਹਾਰਾਜ ਜੀ ਸਾਡੇ ਤੋਂ ਪਹਿਲਾਂ ਜਿੰਨੇ ਗਏ, ਆਪ ਜੀ ਨੇ ਦੱਸਿਆ ਕਿ ਜਿੰਨੇ ਵਾਅਦਾ ਕਰਕੇ ਗਏ ਪੀਰ ਪੈਗੰਬਰ ਦੇਵਤੇ ਕਿ ਅਸੀਂ ਜਾ ਕੇ ਭਗਵਾਨ ਦੇ ਨਾਲ ਲੋਕਾਂ ਨੂੰ ਜੋੜਾਂਗੇ, ਉਹ ਜਾ ਕੇ ਕਹਿਣ ਲੱਗੇ ਅਸੀਂ ਭਗਵਾਨ ਹਾਂ, ਸਾਨੂੰ ਮੰਨੋ। ਤੇ ਉਹ ਆਪ ਮੇਰੇ ਸ਼ਰੀਕ ਬਣ ਕੇ ਬਹਿ ਗਏ, ਭਗਵਾਨ ਦੇ ਨਾਲ ਕਿਸੇ ਜੋੜਿਆ ਨਹੀਂ। ਇਸ ਕਰਕੇ ਆਪਸ ਵਿੱਚ ਉਹਨਾਂ ਦਾ ਵੈਰ ਵਿਰੋਧ ਚੱਲਦਾ ਰਿਹਾ। ਤੇ ਮਹਾਰਾਜ ਹੁਣ ਤੁਸੀਂ ਮੈਨੂੰ ਹੁਕਮ ਕੀਤਾ ਹੈ, ਇਹ ਮੇਰੇ ਤੇ ਆਪ ਸਹਾਇਤਾ ਕਰੋ, ਕਿਰਪਾ ਕਰੋ, ਤਾਂ ਇਹ ਪੰਥ ਚੱਲੇਗਾ, ਨਹੀਂ ਤੇ ਮੈਂ ਵੀ ਕਿਵੇਂ ਕਾਮਯਾਬ ਹੋਵਾਂਗਾ। ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਮਹਾਰਾਜ ਨੇ ਕਿਹਾ ਖੜੇ ਹੋ ਕਰਕੇ ਸੀਸ ਨਵਾ ਕੇ ਹੱਥ ਜੋੜ ਕੇ ਮਹਾਰਾਜ ਆਪ ਜੇ ਸਹਾਇਤਾ ਕਰੋ ਤਾਂ ਇਹ ਕਾਰਜ ਹੋਵੇਗਾ। ਤੇ ਗੁਰੂ ਕੀ ਸਾਧ ਸੰਗਤ ਪਰਮੇਸ਼ਰ ਨੇ ਵਾਅਦਾ ਕੀਤਾ, ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਮੈਂ ਆਪਣਾ ਤੈਨੂੰ ਪੁੱਤਰ ਥਾਪ ਕੇ ਦੁਨੀਆ ਤੇ ਘੱਲਦਾ ਹਾਂ, ਤੂੰ ਪੰਥ ਦੀ ਸਾਜਨਾ ਕਰ ਤੇ ਜਾ ਕੇ ਧਰਮ ਨੂੰ ਕਾਇਮ ਕਰ, ਜ਼ਾਲਮਾਂ ਦਾ ਨਾਸ਼ ਕਰ। ਸੋ ਗੁਰੂ ਕੀ ਸਾਧ ਸੰਗਤ ਮਹਾਰਾਜ ਨੇ ਆ ਕੇ ਇਸ ਪ੍ਰਕਾਰ ਸੰਗਤਾਂ ਤੇ ਰਹਿਮਤਾਂ ਕੀਤੀਆਂ। ਜੋ ਇਹ ਦਿਹਾੜਾ ਜਿਹੜਾ ਹੈ ਮਹਾਰਾਜ ਜੀ ਦੇ ਅਵਤਾਰ ਧਾਰਨ ਦਾ, ਸੋ ਇਸ ਕਰਕੇ ਕਈ ਤਰੀਕਾਂ ਅੱਗੇ ਪਿੱਛੇ ਸਮੇਂ ਦੇ ਲਿਹਾਜ਼ ਨਾਲ ਹੋਈਆਂ ਹਨ, ਪਰ ਪ੍ਰਾਤਨ ਲਿਖਤ ਦੇ ਹਿਸਾਬ ਦੇ ਨਾਲ ਇਹ ਜੋ ਦੱਸਿਆ ਜਾਂਦਾ ਹੈ, ਕਰਤਾਰਪੁਰ ਜਿਹੜਾ ਮਾਤਾ ਗੁਜਰੀ ਜੀ ਦਾ ਪਰਿਵਾਰ, ਇਹਨਾਂ ਦੇ ਨਾਨਾ ਜੀ ਦਾ ਨਾਂ ਲਾਲ ਚੰਦ ਹੈ, ਨਾਨੀ ਜੀ ਦਾ ਨਾਂ ਬਿਸ਼ਨ ਕੌਰ ਹੈ, ਮਾਮਾ ਜੀ ਦਾ ਨਾਂ ਕਿਰਪਾਲ ਚੰਦ ਹੈ। ਤੇ ਇੱਧਰ ਆਪ ਜੀ ਨੂੰ ਪਤਾ ਹੈ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਾਦਕਾ ਪਰਿਵਾਰ ਹੈ, ਦਾਦਾ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ, ਦਾਦੀ ਮਾਤਾ ਨਾਨਕੀ ਜੀ, ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰੀ ਜੀ। ਸੋ ਜਿਨ੍ਹਾਂ ਦੇ ਆ ਕੇ ਇਹਨਾਂ ਨੇ ਪਰਿਵਾਰ ਦੇ ਵਿੱਚ ਭਾਗ ਲਾਇਆ ਤੇ ਸੰਗਤਾਂ ਨੂੰ ਤਾਰਨਾ ਕੀਤਾ ਹੈ, ਉਹਨਾਂ ਦਾ ਦਿਹਾੜਾ ਸੰਗਤਾਂ ਨੇ ਮਨਾਇਆ ਹੈ। ਸੰਖੇਪ ਵਿੱਚ ਬੇਨਤੀ ਹੈ ਮਹਾਰਾਜ ਕਿਰਪਾ ਕਰੇ ਇਹ ਸੇਵਾ ਹਾਜ਼ਰੀ ਸੰਗਤਾਂ ਦੀ, ਮਹਾਰਾਜ ਪੜ੍ਹੀ ਸੁਣੀ ਬਾਣੀ ਜੋ ਸਭ ਇਹ ਸੇਵਾ ਸਫਲ ਕਰਨ, ਦਾਨ ਪ੍ਰਵਾਨ ਕਰਨ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ਣ, ਅੱਗੇ ਤੋਂ ਵੱਧ ਤੋਂ ਵੱਧ ਸੰਗਤਾਂ ਨੂੰ ਉਤਸ਼ਾਹ ਪ੍ਰੇਮ ਬਖਸ਼ਣ। ਹੁਣ ਜੋ ਮਹਾਰਾਜ ਜੀ ਨੇ ਇਸ ਸਮੇਂ 'ਤੇ ਸੇਵਕਾਂ ਨੂੰ, ਸੰਗਤਾਂ ਨੂੰ ਪਵਿੱਤਰ ਹੁਕਮਨਾਮਾ ਬਖਸ਼ਿਆ ਹੈ, ਇਸ ਦੇ ਨਾਲ ਕੋ ਜੋੜਨ ਦਾ ਯਤਨ ਕਰੋ। ਮਹਾਰਾਜ ਕਿਰਪਾ ਕਰਨ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਸੰਪਾਦਕ, ਪਰਮੇਸ਼ਰ ਦਾ ਰੂਪ, ਜਿਨ੍ਹਾਂ ਨੇ ਸੋਰਠ ਰਾਗ ਦੇ ਵਿੱਚ ਇਹ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਪਰਉਪਕਾਰ ਕੀਤਾ ਹੈ। ਅਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਮਹਾਰਾਜ ਇੱਥੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕਰਦੇ, ਸਾਨੂੰ ਇੱਕ ਜਾਚ ਦੱਸਦੇ ਹਨ, ਸਿੱਖਿਆ ਦੇ ਰਹੇ ਹਨ ਕਿ ਭਾਈ ਉਹਦੇ ਗਾੜੀ ਕਿਵੇਂ ਬੇਨਤੀ ਕਰਨੀ ਹੈ। ਜਦੋਂ ਗੁਰੂ ਗਾੜੀ ਅਰਦਾਸ ਬੇਨਤੀ ਕਰਨੀ, ਆਪਣਾ ਆਪ ਛੱਡ ਦੇਣਾ ਚਾਹੀਦਾ ਸਭ ਕੁਝ, ਕਿ ਮੇਰਾ ਕੁਝ ਹੈ ਜਾਂ ਕੋਈ ਮੇਰਾ ਵੈਰੀ ਹੈ ਜਾਂ ਕੋਈ ਮੈਨੂੰ ਕਿਸੇ ਨੇ ਕੁਝ ਕੀਤਾ ਹੈ। ਸਾਰੀਆਂ ਗੱਲਾਂ ਤੋਂ ਅੱਗੇ ਲੰਘ ਕੇ ਇੱਕ ਪਰਮੇਸ਼ਰ ਅੱਗੇ ਇਹੀ ਮੰਨਣਾ ਪਵੇਗਾ, ਮਹਾਰਾਜ ਸਾਡੇ ਕੋਲ ਜੋ ਗੁਨਾਹ ਹੋਏ, ਸਾਡੇ ਕੋਲ ਜੋ ਵਾਧ ਘਾਟ ਹੋਈ, ਸਾਨੂੰ ਪਤਾ ਨਹੀਂ ਅਸੀਂ ਕਿੰਨੇ ਕੁ ਪਾਪ ਕਰਦੇ, ਲੇਖੇ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣਹਾਰ। ਇਸ ਕਰਕੇ ਅਸੀਂ ਸਦਾ ਹੀ ਭੁੱਲਦੇ ਹਾਂ ਮਹਾਰਾਜ, ਸਦਾ ਹੀ ਸਾਡੇ ਕੋਲ ਗੁਨਾਹ ਹੁੰਦੇ ਹਨ, ਆਪ ਸਦਾ ਹੀ ਬਖਸ਼ਣਹਾਰ ਹੋ। ਇਸ ਪ੍ਰਕਾਰ ਆਪਣੀ ਪਹਿਲਾਂ ਇਹ ਗੱਲ ਗਲਤੀ ਮੰਨੀ ਜਾਵੇ, ਸੱਚੇ ਮੈਨੂੰ ਦਿਲੋਂ ਇਹ ਗੱਲ ਕੀਤੀ ਜਾਵੇ ਕਿ ਮਹਾਰਾਜ ਅਸੀਂ ਪਾਪੀ ਹਾਂ। ਬਾਹਰੋਂ ਅਸੀਂ ਸਾਰੇ ਕਹਿੰਦੇ ਹਾਂ, ਕੋਈ ਕਿਸੇ ਨੂੰ ਕਹਿ ਦੇਵੇ ਤੂੰ ਬੜਾ ਮਾੜਾ, ਉਸ ਵੇਲੇ ਕਹੀਦਾ ਇਹਨੂੰ ਖਤਮ ਕਰ ਦਈਏ। ਪਰ ਜਿਨ੍ਹਾਂ ਨੇ ਅੰਦਰੋਂ ਮੰਨ ਲਿਆ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ
ਤਾਰੇ ਸੋਏ। ਮਹਾਰਾਜ ਕਹਿੰਦੇ ਸੀ ਬੇਨਤੀ ਕਰਦੇ ਨੂੰ ਜ਼ਰੂਰ ਪਰਮੇਸ਼ਰ ਤਾਰਦਾ ਹੈ। ਜਿਹੜਾ ਅੰਦਰੋਂ ਕਹਿੰਦਾ ਮਹਾਰਾਜ ਸਾਡੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ। ਹੁਣ ਜਿਨ੍ਹਾਂ ਕੋਲ ਸਾਰੇ ਗੁਣ ਉਹ ਕਹਿੰਦੇ ਸੀ ਔਗਣਾਂ ਦੇ ਭਰੇ ਹਾਂ, ਸਾਨੂੰ ਕੋਈ ਕਹਿ ਦੇਵੇ ਤੇਰੇ ਵਿੱਚ ਆਹ ਗਲਤੀ ਆ ਤੇ ਅਸੀਂ ਕਹਿੰਦੇ ਨੇ ਕਿਹਾ ਕਿਉਂ। ਹੁਣ ਸਤਿਗੁਰੂ ਜੀ ਕਹਿੰਦੇ ਇਵੇਂ ਬੇਨਤੀ ਕਰੋਗੇ ਤਾਂ ਕੁਝ ਬਣਨਾ। ਮਹਾਰਾਜ ਸਾਡੀ ਕੋਈ ਗਿਣਤੀ ਨਾ ਕਰੋ ਕਿ ਕਿੰਨੇ ਕੁ ਅਸੀਂ ਗੁਨਾਹ ਕੀਤੇ ਹਨ। ਅਸੀਂ ਰਾਤ ਨੇ ਇਹ ਪਾਪ ਗੁਨਾਹ ਅਪਰਾਧ ਕਰਦੇ ਹਾਂ ਤੇ ਤੂੰ ਆਪਣਾ ਬਿਰਦ ਪਛਾਣ, ਤੇਰੀ ਮਰਜ਼ਾਦਾ ਹੈ, ਤੇਰਾ ਨਿਯਮ ਹੈ ਕਿ ਪਾਪੀਆਂ ਨੂੰ ਤਾਰਨਾ। ਤੈਨੂੰ ਬਖਸ਼ਣਹਾਰ ਤਾਂ ਹੀ ਕਹਿੰਦੇ ਹਨ ਜੇ ਤੂੰ ਪਾਪੀਆਂ ਨੂੰ ਬਖਸ਼ਦਾ ਹੈ। ਪਾਪੀਆਂ ਨੂੰ ਬਖਸ਼ਿਆ ਨਾ ਹੁੰਦਾ ਤੈਨੂੰ ਬਖਸ਼ਣਹਾਰ ਕੌਣ ਕਹਿੰਦਾ। ਜੇ ਵਿਦਿਆਰਥੀ ਨਾ ਹੋਵੇਗਾ ਤੇ ਅਧਿਆਪਕ ਕਿਵੇਂ ਬਣੇਗਾ। ਜਿਹਦਾ ਪੁੱਤਰ ਧੀ ਨਾ ਹੋਵੇਗਾ ਉਹ ਪਿਓ ਕਿਵੇਂ ਬਣੇਗਾ। ਇਸੇ ਤਰ੍ਹਾਂ ਜੇ ਅਸੀਂ ਪਾਪੀ ਹਾਂ ਤੇ ਤੂੰ ਪਾਪੀਆਂ ਨੂੰ ਪਤਿਤ ਪਾਵਨ ਕਰਨ ਵਾਲਾ ਵੀ ਤੂੰ ਹੈ। ਤੂੰ ਆਪਣੇ ਨਿਯਮ ਦੀ ਪਛਾਣ ਕਰ। ਜੇ ਅਸੀਂ ਗਲਤੀ ਕਰ ਰਹੇ ਹਾਂ ਤੇਰਾ ਕੰਮ ਹੈ ਬਖਸ਼ਣਾ ਤੇ ਤੂੰ ਆਪਣਾ ਨਿਯਮ ਪਛਾਣ ਕੇ ਸਾਡੇ ਤੇ ਰਹਿਮਤ ਕਰ। ਆਪ ਦੀ ਰਾਖੀ ਕਰ ਆਪਣੀ ਸਦਾ ਸਦਾ ਰੰਗ ਮਾਣ। ਹੁਣ ਮਹਾਰਾਜ ਨੇ ਇੱਥੇ ਦੋ ਪਹਿਲਾਂ ਇਹ ਐਸੀਆਂ ਸਿੱਖਿਆ ਦਿੱਤੀਆਂ ਕਿ ਮਹਾਰਾਜ ਆਪ ਸਾਨੂੰ ਆਪਣੇ ਕਰ। ਜਿਹੜਾ ਗੁਰੂ ਦਾ ਹੋ ਗਿਆ ਫਿਰ ਗੁਰੂ ਦੀ ਗੱਲ ਮੰਨਣੀ ਪਵੇਗੀ, ਗੁਰੂ ਦੀ ਰਹਿਣੀ ਬਹਿਣੀ ਰੱਖਣੀ ਪਵੇਗੀ, ਗੁਰੂ ਦੀ ਮਰਜ਼ਾਦਾ ਮੰਨਣੀ ਪਵੇਗੀ, ਗੁਰੂ 'ਤੇ ਭਰੋਸਾ ਰੱਖਣਾ ਪਵੇਗਾ। ਐਵੇਂ ਨਹੀਂ ਉਹਦੇ ਬਣਿਆ ਜਾਣਾ। ਬਾਹਰੋਂ ਗੁਰੂ ਦਾ ਨਾਂ ਲੈਣਾ ਤੇ ਅੰਦਰੋਂ ਕਿਸੇ ਹੋਰ ਦੀ ਗੱਲ ਮੰਨਣੀ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਹਾਥ ਦੇ ਰਾਖੇ ਕਰ ਆਪਣੇ। ਮਹਾਰਾਜ ਮਿਹਰ ਦਾ ਹੱਥ ਸਾਡੇ ਸਿਰ 'ਤੇ ਰੱਖ। ਤੇ ਸਿਰ 'ਤੇ ਹੱਥ ਤਾਂ ਹੀ ਰੱਖੂ ਜੇ ਅਸੀਂ ਸਿਰ ਬਚਾਇਆ ਹੈ। ਜੇ ਸਿਰ ਗੁਰੂ ਦੇ ਅੱਗੇ ਭੇਟਾ ਕਰ ਦਿੱਤਾ ਤੇ ਉਹਨੇ ਸਿਰ ਦੀ ਸੰਭਾਲ ਕਰੇਗਾ, ਸਿਰ 'ਤੇ ਮਿਹਰ ਭਰਿਆ ਹੱਥ ਰੱਖੇਗਾ। ਤੇ ਪਹਿਲੀ ਗੱਲ ਸਾਡੇ ਸਿਰ 'ਤੇ ਹੱਥ ਫੇਰੇ। ਜੇ ਸਾਡੇ ਸਿਰ 'ਤੇ ਹੈ ਹੀ ਕੁਝ ਨਹੀਂ ਤੇ ਹੱਥ ਕਿੱਥੇ ਫੇਰੇਗਾ, ਰੱਖੇਗਾ ਕਿਵੇਂ ਸਿਰ 'ਤੇ ਹੱਥ। ਭਾਵੇਂ ਕਿੰਨੀ ਸੇਵਾ ਕਰੀਏ, ਦਾਨ ਪੁੰਨ ਕਰੀਏ, ਯਾਤਰਾ ਕਰੀਏ, ਇਹਨਾਂ ਗੱਲਾਂ ਨਾਲੋਂ ਮੰਨਦਾ ਨਹੀਂ। ਜੇ ਉਹਦੇ ਹੁਕਮ ਨੂੰ ਨਹੀਂ ਮੰਨਿਆ, ਗੁਰੂ ਨੂੰ ਨਹੀਂ ਮੰਨਿਆ ਤੇ ਗੁਰੂ ਦੇ ਅੱਗੇ ਜਾ ਕੇ ਹੋਰ ਗੱਲਾਂ ਕੀਤੀਆਂ ਜਿਹੜੀਆਂ ਉਹ ਲੇਖੇ ਵਿੱਚ ਨਹੀਂ ਹਨ। ਮਹਾਰਾਜ ਕਹਿੰਦੇ ਇਸ ਕਰਕੇ ਆਪਣੇ ਬਣਾ ਕੇ ਸਾਡੇ 'ਤੇ ਮਿਹਰ ਭਰਿਆ ਹੱਥ ਰੱਖ ਤੇ ਸਦਾ ਸਦਾ ਰੰਗ ਮਾਣ। ਮਹਾਰਾਜ ਐਸੀ ਕਿਰਪਾ ਕਰ ਸਦਾ ਹੀ ਤੇਰੀ ਰੰਗ ਤੋਂ ਭਾਵ ਤੇਰੀ ਕਿਰਪਾ, ਤੇਰੀ ਰਹਿਮਤ ਹੋ ਜਾਵੇ। ਤੇਰੇ ਨਾਮ ਦੇ ਵਿੱਚ ਰੰਗੇ ਜਾਈਏ। ਇਹ ਸਦਾ ਸਾਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਵੇ। ਇੰਨੀ ਕਿਰਪਾ ਕਰ। ਸਾਚਾ ਸਾਹਿਬ ਸਦ ਮਿਹਰਬਾਨ। ਕਿਉਂਕਿ ਤੇਰੀ ਤਾਕਤ ਇਹ ਨਹੀਂ ਕਿ 5 ਸਾਲਾਂ ਬਾਅਦ ਸਰਕਾਰ ਬਦਲ ਜਾਵੇਗੀ, 3 ਸਾਲਾਂ ਬਾਅਦ ਬਦਲ ਜਾਵੇਗੀ। ਤੇਰਾ ਰਾਜ ਸਦਾ ਵਾਸਤੇ ਹੈ। ਤਾਂਗੋ ਭਗਤ ਕਬੀਰ ਜੀ ਨੂੰ ਕਿਹਾ ਸੀ ਬਾਦਸ਼ਾਹ ਨੇ ਕਿ ਤੂੰ ਮੈਨੂੰ ਸਲਾਮ ਨਹੀਂ ਕੀਤੀ। ਉਹ ਕਹਿੰਦਾ ਕੋ ਹਾਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਕੋਈ ਮਾੜਾ ਮੋੜ 2 ਪੈਸਿਆਂ ਦਾ ਕੋਈ ਲੀਡਰ ਆ ਜਾਵੇ ਅੱਗੇ ਪਿੱਛੇ ਭੱਜੇ ਫਿਰਦੇ। ਜਿਹਨੇ ਨਹੀਂ ਜਾਣਾ ਉਹ ਵੀ ਉੱਥੇ ਜਾਂਦਾ ਝੂਠ ਮਾਰਨ ਵਾਸਤੇ, ਝੂਠ ਸੁਣਨ ਵਾਸਤੇ। ਜੇ ਕੋਈ ਗੁਰੂ ਕਾ ਪਿਆਰਾ ਆ ਜਾਵੇ ਤੇ ਕਹਿੰਦੇ ਤੇ ਵਿਹਲੇ ਸਾਡਾ ਟਾਈਮ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜੇ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤ ਵਾਰੇ ਤਿੰਨ ਸੰਗ ਸਦਾ ਬਸੇਰਾ। ਜਿੱਥੇ ਝੂਠ ਬੋਲਣ ਵਾਲੇ ਹਨ ਉੱਥੇ ਸਦਾ ਹੀ ਸਾਡੀ ਸਾਂਝ ਹੁੰਦੀ ਹੈ। ਉੱਥੇ ਨਾ ਬਣਾਈਦਾ ਫਲਾਣੇ ਦਾ ਮੈਂ ਫੈਸਲਾ ਕਰਾਉਣ ਚੱਲਿਆ। ਜਿੱਥੇ ਕੋਈ ਰੱਬ ਦੀ ਗੱਲ ਹੋਣੀ ਹੋਵੇ ਕਹਿਣਾ ਮੇਰੇ ਕੋਲ ਸਮਾਂ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿਰਪਾ ਕਰ ਕਿ ਮਹਾਰਾਜ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਮਹਾਰਾਜ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ। ਫਿਰ ਸੁਣ ਲਓ ਗੁਰੂ ਜੀ ਕੀ ਕਿਰਪਾ ਕਰਦੇ ਹਨ। ਬੰਦ ਪਾਇਆ ਮੇਰੇ ਸਤਿਗੁਰ ਪੂਰੈ ਕੋਈ ਸਰਬ ਕਲਿਆਣ। ਕਹਿੰਦੇ ਫਿਰ ਪਰਮੇਸ਼ਰ ਨੇ ਜਦੋਂ ਬੇਨਤੀ ਸੁਣੀ ਕਿ ਸੇਵਕ ਜਿਹੜਾ ਸੱਚੇ ਦਿਲੋਂ ਇਹ ਯਾਦ ਕਰ ਰਿਹਾ ਹੈ। ਹੁਣ ਭਾਈ ਮਰਦਾਨਾ ਜੀ ਭਾਵੇਂ ਗੁਰੂ ਉਹਦੇ ਕੋਲ ਆ ਵੀ ਕਾਦਕ ਕਰਾਉਂਦੇ ਸਨ ਮਹਾਰਾਜ ਸਾਹਿਬ, ਪਰ ਜਦੋਂ ਕਈ ਵਾਰ ਬਚਨਾਂ ਤੋਂ ਉਹ ਪਾਸੇ ਹੋ ਕੇ ਕਹਿੰਦਾ ਮਹਾਰਾਜ ਮੈਂ ਆਹ ਕੰਮ ਐਵੇਂ ਹੀ ਕਰਨਾ ਤੇ ਮਹਾਰਾਜ ਦੇ ਕੋਲ ਆਸੇ ਪਾਸੇ ਚਲਿਆ ਵੀ ਜਾਂਦਾ ਤੇ ਉਦੋਂ ਇਹ ਨਹੀਂ ਸੀ ਟੈਲੀਫੋਨ ਸੀ ਜਾਂ ਕਿਸੇ ਰਾਹੀਂ ਸੁਨਾਹ ਦੇ ਦੇਣਾ ਸੀ। ਜਦੋਂ ਯਾਦ ਕਰਤੇ ਤੇ ਮਹਾਰਾਜ ਤੇ ਜਾਣੀ ਜਾਣ ਹਨ। ਉਸੇ ਵੇਲੇ ਕਹਿ ਦਿੰਦੇ ਭਾਈ ਬਾਲਾ ਜੀ ਉਹ ਯਾਦ ਕਰ ਰਿਹਾ ਹੈ। ਨਾਲ ਤੋਰੇ ਦੀ ਬਾਂਹ ਫੜੀ ਦੀ ਲਾਜ ਰੱਖਣੀ ਪੈਂਦੀ ਹੈ। ਚਲੋ ਉਹਦੀ ਗੱਲ ਸੁਣੀਏ, ਉਹਦਾ ਹਾਲ ਵੇਖੀਏ ਕੀ ਕਹਿੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਜਦੋਂ ਉਹਨੇ ਸੁਣ ਲਿਆ ਸੱਚੇ ਦਿਲੋਂ ਸੇਵਕ ਯਾਦ ਕਰਦਾ ਹੈ ਤੇ ਮਾੜੇ ਪਾਸਿਆਂ ਤੋਂ ਉਹਨੇ ਰੋਕ ਲਿਆ, ਬੰਦ ਪਾਤਾ ਤੇ ਚੰਗੇ ਪਾਸੇ ਵੱਲ ਤੋਰਨਾ ਕੀਤਾ। ਕਿਉਂਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਤੇ ਇਸ ਕਰਕੇ ਫਿਰ ਹੋਈ ਸਰਬ ਕਲਿਆਣ। ਹਰ ਤਰ੍ਹਾਂ ਕਰਕੇ ਉਹਨੇ ਕਿਰਪਾ ਕਰ ਦਿੱਤੀ। ਬੰਧਨਾਂ ਤੋਂ ਛੁਟਕਾਰਾ ਕਰਵਾ ਦਿੱਤਾ। ਕੋਈ ਬੰਧਨ ਨਹੀਂ ਰਹਿ ਗਿਆ। ਕਿਉਂਕਿ ਜਿੱਥੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ, ਕਿਸੇ ਇਲਾਕੇ ਵਿੱਚ ਚਲਿਆ ਜਾਵੇ, ਕਿਤੇ ਚਲਿਆ ਜਾਵੇ,
ਜੇ ਉਹ ਚਾਹਵੇ ਜਿੱਥੇ ਮਰਜ਼ੀ ਜਾ ਸਕਦਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਕਿਉਂਕਿ ਜਪਜੀ ਸਾਹਿਬ ਜੀ ਦੇ ਬਾਣੀ ਦੇ ਜਿਹੜੇ ਖੰਡ ਹਨ, ਖੰਡਾਂ ਦੀ ਵਿਚਾਰ ਪੜ੍ਹ ਸੁਣ ਕੇ ਵੇਖੀਏ ਤਾਂ ਇਹ ਪਤਾ ਲੱਗਦਾ, ਮਨ ਐਵੇਂ ਮੰਨਦਾ ਨਹੀਂ। ਕਿਉਂਕਿ ਕਰਮ ਖੰਡ ਕੀ ਬਾਣੀ ਜੋਰ, ਉਹ ਫਿਰ ਜਿਨ੍ਹਾਂ ਕੋਲੋਂ ਅਵਸਥਾ ਆ ਜਾਂਦੀ ਹੈ ਉਹ ਆਪਣੀ ਸ਼ਕਤੀ ਵਿਖਾਉਂਦੇ ਨਹੀਂ। ਪਰ ਚਾਹੁਣ ਜਿੱਥੇ ਮਰਜ਼ੀ ਚਲੇ ਜਾ ਸਕਦੇ ਹਨ, ਜਿੱਥੇ ਮਰਜ਼ੀ ਜਿਹਨੂੰ ਸੱਦ ਸਕਦੇ ਹਨ, ਉਹਨਾਂ ਕੋਲ ਇੰਨੀ ਪਾਵਰ ਆਪਣੇ ਆਪ ਪਰਮੇਸ਼ਰ ਬਖਸ਼ ਦਿੰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਹਰ ਥਾਂ 'ਤੇ ਫਿਰ ਉਹਨਾਂ ਨੂੰ ਆਜ਼ਾਦੀ ਹੋ ਜਾਂਦੀ, ਕੋਈ ਰੋਕਣ ਵਾਲਾ ਨਹੀਂ। ਅਸਲ ਸੰਤ ਅਤੇ ਅਸਲ ਸੂਰਮਾ ਉਹ ਹੁੰਦਾ ਹੈ ਜਿਹੜਾ ਕਿਸੇ ਦੇ ਗੁਲਾਮ ਨਾ ਹੋਵੇ। ਇਸੇ ਤਰ੍ਹਾਂ ਦੀ ਅਵਸਥਾ ਸੰਤ ਅਸਲ ਜਿਹੜਾ ਹੈ ਸੱਚਾ ਅਤੇ ਸੂਰਮਾ ਜਿਹੜਾ ਉਹਨਾਂ ਦੀ ਅਵਸਥਾ ਬਣਦੀ ਹੈ। ਰਹਾਉ ਤੋਂ ਭਾਵ ਸ਼ਬਦ ਦਾ ਮੁੱਖ ਭਾਵ ਕੇਂਦਰੀ ਭਾਵ ਮਹਾਰਾਜ ਜੀ ਇੱਥੇ ਦਰਸਾ ਕੇ ਕਹਿੰਦੇ ਭਾਈ ਇੱਕ ਦੇ ਨਾਮ ਨੂੰ ਮੰਨਣਾ ਕਰੋ, ਇੱਕ ਦਾ ਨਾਮ ਜਪਿਆ ਕਰੋ, ਇੱਕ ਦੀ ਸ਼ਰਨ ਵਿੱਚ ਰਹੋ। ਜਦੋਂ ਵੀ ਅਰਦਾਸ ਬੇਨਤੀ ਕਰਨੀ ਇੱਕ ਥਾਂ ਕਰਾਓ, ਥਾਂ ਥਾਂ 'ਤੇ ਨਾ ਕਰਾਓ। ਸਾਰਿਆਂ ਦਾ ਸਤਿਕਾਰ ਕਰੋ, ਪਰ ਮੰਗ ਜਦੋਂ ਮੰਗਣੀ ਆਪਣੇ ਪਿਓ ਦੀ ਜਾਇਦਾਦ ਮੰਗਣੀ ਚਾਹੀਦੀ ਹੈ। ਜਿਹੜਾ ਆਪਣੇ ਪਿਓ ਦੀ ਜਾਇਦਾਦ ਨਹੀਂ ਲੈ ਸਕਦਾ, ਦੂਜਿਆਂ ਕੋਲ ਜਾ ਕੇ ਮੰਗਦਾ, ਉਹਨੂੰ ਫਿਰ ਚੰਗਾ ਪਿਓ ਅਤੇ ਪੁੱਤਰ ਦਾ ਸੰਬੰਧ ਨਹੀਂ ਮੰਨਿਆ ਜਾਂਦਾ। ਇਸ ਕਰਕੇ ਜੇ ਸਾਨੂੰ ਪਤਾ ਸਾਡੇ ਪਿਤਾ ਦੇ ਘਰ ਸਭ ਕੁਝ ਹੈ ਅਤੇ ਫਿਰ ਹੋਰ ਥਾਂ ਤੋਂ ਜਾ ਕੇ ਮੰਗੇ ਤੇ ਬੜੀ ਅਣਜਾਣ ਪੁਣੇ ਵਾਲੀ ਗੱਲ ਹੁੰਦੀ ਹੈ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨ ਨ ਖਾਣ। ਉਹ ਧੰਨ ਪਰਮੇਸ਼ਰ ਹੈ ਜਿਹਨੇ ਸਰੀਰ ਸਾਡਾ ਬਣਾਇਆ ਅਤੇ ਵਿੱਚ ਆਪਣੀ ਸ਼ਕਤੀ ਰੱਖੀ ਹੈ, ਪ੍ਰਾਣਾਂ ਦੀ ਜਿਹੜੀ ਹੈ ਦਾਤ ਬਖਸ਼ੀ ਹੈ। ਅਤੇ ਫਿਰ ਇੱਥੇ ਬਸ ਨਹੀਂ, ਅਜੇ ਜੀਵ ਸੰਸਾਰ 'ਤੇ ਆਉਂਦਾ ਨਹੀਂ, ਦੁਨੀਆ 'ਤੇ ਹਵਾ ਲੈਂਦਾ ਨਹੀਂ। ਇਹਦੇ ਖਾਣ ਪੀਣ ਵਾਸਤੇ ਪਹਿਲਾਂ ਇਹਨੇ ਪ੍ਰਬੰਧ ਕੀਤਾ ਹੁੰਦਾ ਹੈ। ਅਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪਹਿਨਣ ਵਾਸਤੇ, ਖਾਣ ਵਾਸਤੇ, ਰਹਿਣ ਵਾਸਤੇ ਜੋ ਕੁਝ ਹੈ, ਬੰਦੇ ਨੂੰ ਫਿਰ ਵੀ ਯਕੀਨ ਨਹੀਂ ਆਉਂਦਾ। ਇਹ ਭੱਜ ਕੇ ਖੱਪ ਜਾਂਦਾ ਹੈ, ਆਪਣਾ ਆਪ ਖਤਮ ਕਰ ਲੈਂਦਾ। ਪਰ ਜੇ ਉਹਦੇ 'ਤੇ ਭਰੋਸਾ ਕਰੇ, ਜਿਵੇਂ ਪ੍ਰਿਥੀ ਚੰਦ ਨੇ ਸਾਰੇ ਰਸਤੇ ਰੋਕ ਲਏ ਸੀ ਕਿ ਰਸਤਪਤ ਸਾਰੀ ਸਾਨੂੰ ਦਿਓ, ਅਸੀਂ ਗੁਰੂ ਹਾਂ। ਅਤੇ ਗੁਰੂ ਅਰਜਨ ਦੇਵ ਵੱਲੇ ਜਾਣ ਨਹੀਂ ਸੀ ਦਿੰਦੇ। ਕਿਸੇ ਵੇਲੇ ਲੰਗਰ ਦੇ ਵਿੱਚ ਕੋਈ ਮਸਤਾਨਾਪਣ ਆ ਗਿਆ ਅਤੇ ਜੇ ਭਾਈ ਗੁਰਦਾਸ ਬਾਬਾ ਬੁੱਢਾ ਜੀ ਵਰਗੇ ਪ੍ਰੇਮੀਆਂ ਕਿਹਾ ਮਹਾਰਾਜ ਕੋਈ ਯਤਨ ਕਰੀਏ, ਅਤੇ ਸਤਿਗੁਰੂ ਜੀ ਕਹਿੰਦੇ ਭਾਈ ਯਤਨ ਇੱਕੋ ਹੀ ਕਰਨਾ ਚਾਹੀਦਾ ਹੈ, ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ ਹਰ ਜਿਉ ਪਰਿਆ। ਕਹਿੰਦੇ ਸਾਰਾ ਫਿਕਰ ਪਰਮੇਸ਼ਰ ਨੂੰ ਜਿਹਨੇ ਪੈਦਾ ਕੀਤਾ ਹੈ, ਆਪਣਾ ਕੰਮ ਹੈ ਇਹਨੂੰ ਯਾਦ ਕਰਨਾ, ਉਹਦੇ ਨਾਲ ਜੁੜੇ ਰਹਿਣਾ। ਜੋ ਉਹਨੇ ਲਿਖਿਆ ਕੋਈ ਰੋਕ ਨਹੀਂ ਸਕਦਾ, ਜੇ ਲਿਖਿਆ ਨਹੀਂ ਤਾਂ ਕੋਈ ਦੇ ਨਹੀਂ ਸਕਦਾ। ਇਹ ਤਾਂ ਗੁਰੂ ਅਤੇ ਪਰਮੇਸ਼ਰ ਹੈ ਜਿਹੜਾ ਲਿਖੇ ਤੋਂ ਬਾਅਦ ਵੀ ਸ਼ਕਤੀ ਵਰਤਾ ਦਿੰਦਾ, ਹੋਰ ਕਿਸੇ ਵਿੱਚ ਤਾਕਤ ਨਹੀਂ ਹੈ। ਉਹ ਧੰਨ ਹੈ ਜਿਹਨੇ ਸਰੀਰ ਦਿੱਤਾ, ਪ੍ਰਾਣ ਦਿੱਤੇ, ਖਾਣ ਪਹਿਨਣ ਨੂੰ, ਰਹਿਣ ਵਾਸਤੇ ਸਭ ਸਹੂਲਤਾਂ ਦਿੱਤੀਆਂ, ਨੂੰ ਸਦਾ ਯਾਦ ਕਰੀਏ। ਆਪਣੀ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੀ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਆਪਣੇ ਸੇਵਕ ਦੀ ਆਪ ਪੈਜ ਆਪ ਇੱਜ਼ਤ ਰੱਖਦਾ ਹੈ। ਉਹਨੂੰ ਸਾਰਾ ਪਤਾ ਮੇਰੇ ਸੇਵਕ ਦੀ ਕਿਹੋ ਜਿਹੀ ਸਮੱਸਿਆ ਕਿੱਥੇ ਹੈ, ਕੀ ਇਹਨੂੰ ਜ਼ਰੂਰਤ ਹੈ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਾਂ ਉਠਤਾਵੇ। ਸੋ ਇਸ ਕਰਕੇ ਕਹਿੰਦੇ ਆਪਣੇ ਦਇਆਦਾਸ ਕੀ ਆਪ ਪੈਜ ਰਾਖੀਏ ਤੋਂ ਸਦਾ ਬਲਿਹਾਰ ਜਾਣਾ ਕਰੀਏ। ਜਿਹੜਾ ਏਡਾ ਵੱਡਾ ਪਰਉਪਕਾਰ ਕਰਨ ਵਾਲਾ ਅਤੇ ਇੱਕ ਤਿਲ ਜਿੰਨੀ ਵੀ ਉਹਨੂੰ ਤਮਾ ਨਹੀਂ। ਸਤਿਗੁਰੂ ਕਹਿੰਦੇ ਕੋਈ ਇੱਕ ਕਿਸੇ ਨਾਲ ਚੰਗਾ ਕੰਮ ਕਰ ਦੇਵੇ, ਕਈ ਵਾਰ ਹੰਕਾਰ ਕਰਦਾ ਮੈਂ ਆਹ ਕੁਝ ਇਹਦਾ ਸਵਾਰਿਆ। ਧੰਨ ਪਰਮੇਸ਼ਰ ਜਿਹੜਾ ਸਦਾ ਜੁਗਾਂ ਜੁਗਾਂਤਰਾਂ ਤੋਂ ਦੁਨੀਆ ਨੂੰ ਬਖਸ਼ਦਾ ਰਿਹਾ ਅਤੇ ਬਖਸ਼ੀ ਜਾਂਦਾ ਹੈ ਅਤੇ ਸਦਾ ਹੀ ਉਹ ਕਿਰਪਾ ਕਰਦਾ ਹੈ। ਗੁਰੂ ਕੀ ਸਾਧ ਸੰਗਤ, ਇਹ ਤੇ ਅੱਜ ਦੀ ਵਿਚਾਰ ਦੀ ਵਿਸਰਾਮਤਾ ਹੈ, ਸਤਿਗੁਰਾਂ ਜੀ ਦੇ ਸ਼ਬਦ ਦੀ ਸੰਪੂਰਨਤਾ ਹੈ। ਅਤੇ ਨਾਲ ਆਪ ਜੀ ਨੂੰ ਹੁਣ ਇੱਕ ਬੇਨਤੀ ਹੈ, ਕੜਾਹ ਪ੍ਰਸ਼ਾਦੀ ਦੇਗ ਵਰਤਣੀ, ਪ੍ਰੰਤ ਗੁਰੂ ਕਾ ਲੰਗਰ ਤਿਆਰ ਹੈ। ਗੁਰੂ ਕੀ ਸਾਧ ਸੰਗਤ ਸਿੰਘ ਵਾਲੇ ਸੱਚਖੰਡ ਪ੍ਰਵਾਨ ਕਰੇ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਹਾਜ਼ਰੀਆਂ ਭਰੀਆਂ, ਗੁਰਬਾਣੀ ਦਾ ਸਤਿਕਾਰ ਕੀਤਾ, ਸੇਵਾ ਕੀਤੀ, ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨ, ਆਪਦੇ ਦਰੋਂ ਕਰੋਂ ਗੁਰ ਸਿੱਖੀ ਜੀਵਨ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ਣ, ਕੜਾਹ ਪ੍ਰਸ਼ਾਦੀ ਦੇਗ ਪ੍ਰਾਪਤ ਕਰਕੇ ਉਪਰੰਤ ਗੁਰੂ ਕੇ ਲੰਗਰ ਦੇ ਵਿੱਚ ਹਾਜ਼ਰੀਆਂ ਲਵਾ ਕੇ ਪ੍ਰਸ਼ਾਦਾ ਛਕ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ